Era 44 production presents Ride with Ray. Ride with Ray. Hosted by Ray Olak on 96.9 CKYZ. Non-stop music, entertainment, discussions on hot topics, listeners' views, and movies reviews. Ride with Ray. Ride with Ray. Ride with Ray. Ride with Ray 96.9 FM. वधेरी जानकारी लिए कॉल करो 204 404 2444 204 404 2444. Produced by Havi Lali. ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ। ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋਭ ਵਿੱਚ ਪੜਨ ਲੱਗਿਆਂ ਬੁਰਾ ਤਾਂ ਹੈ, ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਏ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਏ। ਸਭ ਦੀ ਨਜ਼ਰ ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ 'ਚੋਂ ਉੱਠਦੇ ਅੰਨੇਪਣ ਦੀ ਭਾਫ ਉੱਤੇ ਡੁੱਲ ਜਾਂਦੀ ਏ, ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਕਤਹੀਣ ਦੁਹਰਾ ਦੇ ਗਦੀ ਗੇੜ ਵਿੱਚ ਰੁੱਲ ਜਾਂਦੀ ਏ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ, ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲਕਾਂਡ ਦੇ ਬਾਅਦ ਸੁੰਨੇ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਲੜਦਾ ਨਹੀਂ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀਆਂ ਰੂਹਾਂ ਦੀਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਪਟ ਜਾਂਦੇ ਨੇ ਸਦੀਵੀ ਨੇਰ ਬੰਦ ਬੂਹੇ ਚੁਗਾਠਾਂ ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਸ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਸੁਪਾਸ਼ ਦੀਆਂ ਇਹਨਾਂ ਕੁਝ ਸਤਰਾਂ ਦੇ ਨਾਲ ਅੱਜ ਦੇ ਰੇਡੀਓ ਪ੍ਰੋਗਰਾਮ ਰਾਈਡ ਵਿਦ ਰੇ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ। ਉਮੀਦ ਹੈ ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਦਹਲੀਜ਼ 'ਤੇ ਖਰਾ ਉਤਰੇਗਾ, ਤੁਹਾਡੀਆਂ ਸੋਚਾਂ ਦੀ ਕਸਵੱਟੀ ਦੇ ਉੱਤੇ ਇਹ ਖਰਾ ਉਤਰੇਗਾ। ਵੀਕਐਂਡ ਦਾ ਦਿਨ ਹੈ ਅਤੇ ਵੀਕਐਂਡ ਤੁਹਾਨੂੰ ਪਤਾ ਹੀ ਹੈ ਕਿ ਆਪਾਂ MLA ਦਿਲਜੀਤ ਬਰਾੜ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਨੇ। ਜੋ ਵੀ ਹਲਚਲ, ਜੋ ਵੀ ਨਵੀਆਂ ਗਤੀਵਿਧੀਆਂ ਵਿਨੀਪੈਗ ਜਾਂ ਦੇਸ਼ ਵਿਦੇਸ਼ ਵਿੱਚ ਵਾਪਰੀਆਂ ਉਹਨਾਂ ਬਾਰੇ ਗੱਲਬਾਤ ਅਕਸਰ ਕੀਤੀ ਜਾਂਦੀ ਹੈ, ਅਤੇ ਅੱਜ ਵੀ ਸਟੂਡੀਓ ਵਿੱਚ ਹਾਜ਼ਰ ਨੇ MLA ਦਿਲਜੀਤ ਬਰਾੜ ਸਾਹਿਬ। ਬਰਾੜ ਸਾਹਿਬ ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ ਔਲਖ ਸਾਹਿਬ। ਬਰਾੜ ਸਾਹਿਬ ਗੱਲਬਾਤ ਜਿਵੇਂ ਅੱਜ ਆਪਾਂ ਸ਼ੁਰੂਆਤ ਕੀਤੀ ਹੈ ਪਾਸ਼ ਦੀਆਂ ਕੁਝ ਲਾਈਨਾਂ ਤੋਂ ਕਿ ਸਭ ਤੋਂ ਖਤਰਨਾਕ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ। ਸੋ ਪੰਜਾਬ ਦੇ ਲੋਕ ਬਹੁਤ ਦੇਰ ਤੋਂ ਮੁਰਦਾ ਸ਼ਾਂਤੀ ਨਾਲ ਭਰੇ ਹੋਏ ਸੀ। ਕਾਫੀ ਅੰਦੋਲਨ ਆਉਂਦੇ ਵੀ ਆ, ਅੰਦੋਲਨ ਆ ਕੇ ਚਲੇ ਜਾਂਦੇ ਆ। ਸੋ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਨਵਾਂ ਅੰਦੋਲਨ ਸ਼ੁਰੂ ਕੀਤਾ ਗਿਆ। ਸੋ ਖੇਤੀ ਆਰਡੀਨੈਂਸ ਜਿਹੜੇ ਪੰਜਾਬ ਸਰਕਾਰ ਨੇ ਜਾਂ ਹਿੰਦੁਸਤਾਨ ਸਰਕਾਰ ਨੇ ਪਾਸ ਕੀਤੇ ਨੇ, ਉਹ ਵੀ ਧੱਕੇ ਨਾਲ ਪਾਸ ਕੀਤੇ ਨੇ। ਸੋ ਰਾਜ ਸਭਾ ਦੀਆਂ ਫੁਟੇਜ ਸਾਡੇ ਕੋਲ ਹੈ, ਲੋਕ ਸਭਾ ਦੇ ਵਿੱਚ ਵੀ ਲੋਕਾਂ ਨੇ ਵਿਰੋਧ ਕੀਤਾ, ਪਰ ਬਿਨਾਂ ਵੋਟਿੰਗ ਤੋਂ ਉਹ ਜਿਹੜੇ ਬਿੱਲ ਸੀਗੇ ਉਹਨਾਂ ਨੂੰ ਪਹਿਲਾਂ ਪਾਸ ਕੀਤਾ ਗਿਆ, ਅਤੇ ਹੁਣ ਪ੍ਰੈਜ਼ੀਡੈਂਟ ਸਾਹਿਬ ਦੀ ਜਿਹੜੇ ਸਾਈਨ ਤੋਂ ਬਾਅਦ ਉਹ ਲਾਅ ਬਣ ਚੁੱਕੇ ਨੇ। ਸੋ ਮਤਲਬ ਕਿਸਾਨ ਵਿਦਰੋਹ ਜਾਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰੇ ਹੇਠ ਜਿਹੜੇ ਵੀ ਵਿਦਰੋਹ ਹੋਏ ਉਹਦਾ ਕੋਈ ਅਸਰ ਸਰਕਾਰ 'ਤੇ ਨਹੀਂ ਹੋਇਆ। ਸੋ ਬਿੱਲ ਜਿਹੜੇ ਆ ਉਹ ਪਾਸ ਹੋ ਚੁੱਕੇ ਨੇ।
ਸੋ ਗੱਲਬਾਤ ਅੱਜ ਆਪਾਂ ਉਹਨਾਂ 3 ਆਰਡੀਨੈਂਸ ਬਾਰੇ ਕਰਨੀ ਹੈ ਜੀ। ਸੋ ਬਰਾੜ ਸਾਹਿਬ, ਪਹਿਲਾਂ ਤਾਂ ਇਹ ਹੈ ਕਿ ਅੱਜ ਆਪਾਂ ਸਰੋਤਿਆਂ ਨਾਲ ਇਹ ਗੱਲ ਕਰਦੇ ਹਾਂ ਕਿ ਆਪਾਂ ਥੋੜ੍ਹਾ ਜਿਹਾ ਪੰਜਾਬ ਵੱਲ ਨੂੰ ਜਾ ਰਹੇ ਹਾਂ। ਅਕਸਰ ਸਾਡਾ ਪ੍ਰੋਗਰਾਮ ਹੁੰਦਾ ਹੈ ਕੇਂਦਰਿਤ ਕਿ ਆਪਾਂ ਵਿਨੀਪੈਗ ਦੀ ਗੱਲ ਕਰਦੇ ਹਾਂ। ਅੱਜ ਇਹ ਗੱਲ ਕਰਨੀ ਬਣਦੀ ਵੀ ਹੈ। ਤੁਹਾਡੇ ਕੀ ਵਿਚਾਰ ਨੇ ਕਿ ਆਪਾਂ ਨੂੰ ਪੰਜਾਬ ਬਾਰੇ ਅੱਜ ਚਰਚਾ ਕਰਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ? ਬਿਲਕੁਲ ਕਰਨੀ ਚਾਹੀਦੀ ਹੈ ਜੀ। ਦੇਖੋ, ਉੱਥੇ ਆਪਣੀਆਂ ਜੜ੍ਹਾਂ ਨੇ। ਬੜੇ ਲੋਕ ਸੋਸ਼ਲ ਮੀਡੀਆ 'ਤੇ ਪਿਛਲੇ ਹਫ਼ਤੇ ਵੀ ਅਸੀਂ ਥੋੜ੍ਹੀ ਜਿਹੀ ਗੱਲ ਕੀਤੀ ਸੀ ਕਿ ਸੋਸ਼ਲ ਮੀਡੀਆ 'ਤੇ ਅਸੀਂ ਸਪੋਰਟ ਕਰ ਰਹੇ ਹਾਂ, ਵਿਚ ਇਜ਼ ਗੁੱਡ। ਅਸੀਂ ਆਪਣੀਆਂ ਤਸਵੀਰਾਂ ਲਾ ਰਹੇ ਹਾਂ, ਕੁਛ ਉਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਡਿਸਪਲੇ ਪਿਕਚਰਸ ਆ ਗਈਆਂ ਨੇ ਫੇਸਬੁੱਕ 'ਤੇ, ਕੋਈ ਬੰਦਾ ਵਟਸਐਪ 'ਤੇ ਕਰੀ ਜਾਂਦਾ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਗੱਲਬਾਤ ਕਰੀ ਜਾਂਦਾ ਕਿ ਆਈ ਸਪੋਰਟ ਫਾਰਮਰਸ, ਵਿਚ ਇਜ਼ ਗੁੱਡ। ਕਿਉਂਕਿ ਇੱਕ ਸੁਨੇਹਾ ਦੇਣਾ, ਜਿਹੜੇ ਲੋਕ ਉੱਥੇ ਫਿਜ਼ੀਕਲੀ ਖੜ੍ਹੇ ਨੇ, ਰੈਲੀਆਂ ਦੇ ਵਿੱਚ ਜਾ ਰਹੇ ਨੇ, ਟਰਾਲੀਆਂ 'ਚ ਚੜ੍ਹ ਕੇ ਬੋਲ ਰਹੇ ਨੇ, ਭਾਸ਼ਣ ਦੇ ਰਹੇ ਨੇ, ਲਿਖ ਰਹੇ ਨੇ, ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕਰ ਰਹੇ ਹੈ, ਲੋਕਾਂ ਨੂੰ ਇਹਨਾਂ ਬਿੱਲਾਂ ਦਾ ਮਤਲਬ ਅਤੇ ਉਹਨਾਂ ਦਾ ਅਸਰ ਦੱਸ ਰਹੇ ਹੈ। ਉਹਨਾਂ ਦੇ ਨਾਲ ਖੜ੍ਹੇ ਹੋਣਾ, ਜਾ ਕੇ ਖੜ੍ਹੇ ਹੋਣਾ ਮੁਸ਼ਕਿਲ ਹੈ, ਪਰ ਵਰਚੁਅਲੀ ਖੜ੍ਹੇ ਹੋਣਾ ਜ਼ਰੂਰੀ ਵੀ ਹੈ ਅਤੇ ਲੋਕ ਖੜ੍ਹ ਵੀ ਰਹੇ ਨੇ। ਮੈਂ ਉਹਨਾਂ ਲੋਕਾਂ ਨੂੰ ਵਧਾਈ ਦਿੰਦਾ, ਉਹਨਾਂ ਦੇ ਹੌਸਲੇ ਦੀ ਵਧਾਈ ਦਿੰਦਾ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਉਸ ਅੰਦੋਲਨ ਦਾ ਹਿੱਸਾ ਸਮਝ ਰਹੇ ਨੇ, ਜਿੰਨਾ ਵੀ ਉਹਨਾਂ ਬਿੱਲਾਂ ਨੂੰ ਸਮਝਦੇ ਨੇ, ਜਿਹੜੀ ਵੀ ਧਿਰ ਦੇ ਨਾਲ ਉਹ ਖੜ੍ਹਨਾ ਚਾਹੁੰਦੇ ਨੇ, ਖੜ੍ਹ ਰਹੇ ਨੇ। ਸੋ ਦੈਟਸ ਗੁੱਡ। ਪਰ ਉਸ ਤੋਂ ਗਾਂਹ ਵੀ ਹੋਰ ਸਟੈਪ ਜਿਹੜੇ ਲਏ ਜਾਣੇ ਚਾਹੀਦੇ ਨੇ। ਇਸ ਸਿਸਟਮ ਨੂੰ ਸਮਝਣ ਦੀ ਲੋੜ ਹੈ, ਇਹਦੀ ਦੂਰ ਅੰਦੇਸ਼ੀ ਸਮਝਣ ਦੀ ਲੋੜ ਹੈ, ਇਹਦੀਆਂ ਡੀਟੇਲਸ ਸਮਝਣ ਦੀ ਲੋੜ ਹੈ ਅਤੇ ਸਾਨੂੰ ਇਹ ਗੱਲ ਜਾਣਨ ਦੀ ਲੋੜ ਹੈ ਕਿ ਜੇ ਇਹ ਐਗ ਰਿਫਾਰਮਸ ਹੋ ਗਏ ਨੇ, ਜਿਨ੍ਹਾਂ ਨੂੰ ਐਗ ਰਿਫਾਰਮਸ ਕਹਿੰਦੇ ਆ, ਆਰਡੀਨੈਂਸਿਸ ਬਿੱਲ ਪਾਸ ਹੋ ਗਿਆ, ਤਾਂ ਆਉਂਦੇ ਸਾਲਾਂ ਦੇ ਵਿੱਚ, ਆਉਂਦੇ ਦਹਾਕਿਆਂ ਦੇ ਵਿੱਚ ਕਿਸਾਨੀ ਕਿੱਦਾਂ ਦੀ ਹੋਊਗੀ? ਜੀ ਬਰਾੜ ਸਾਹਿਬ, ਗੱਲਬਾਤ ਇਹ 3 ਆਰਡੀਨੈਂਸ ਪਾਸ ਹੋਏ ਦੇ ਬਾਰੇ ਕਰਾਂਗੇ ਅਤੇ ਹੋਰ ਵੀ ਕੋਈ ਵੀ ਵਿਨੀਪੈਗ ਦੀ ਗੱਲਬਾਤ ਵੀ ਕੀਤੀ ਜਾਵੇ ਕਿ ਵਿਨੀਪੈਗ ਦੇ ਵਿੱਚ ਲੋਕਲ ਹਾਲਾਤ ਕਿਹੋ ਜਿਹੇ ਰਹੇ। ਅਤੇ ਆਉਣ ਪ੍ਰੋਗਰਾਮ ਦੇ ਅਖੀਰਲੇ ਭਾਗ ਦੇ ਵਿੱਚ ਆਪਾਂ ਕੋਵਿਡ-19 ਅਤੇ ਸਕੂਲ ਰੀਓਪਨਿੰਗ ਜਿਹੜੀ ਹੋਈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲਾਂ ਕੁਝ ਵਕਤ ਆਪਾਂ ਪੰਜਾਬ ਨੂੰ ਡੈਡੀਕੇਟ ਕਰਦੇ ਹਾਂ ਅਤੇ ਪੰਜਾਬ ਦੇ ਫਾਰਮਰਸ ਬਾਰੇ ਅਤੇ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹਦੇ ਬਾਰੇ ਜਿਹੜਾ ਇਹ ਨਵਾਂ ਲਾਅ ਬਣਿਆ ਹੈ ਉਹ ਲਾਅ ਬਾਰੇ ਡਿਸਕਸ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆ ਕੇ 3 ਬਿੱਲ ਆਪਾਂ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ 3 ਬਿੱਲ ਹੈ ਕੀ ਹੈ, ਨਾਂ ਕੀ ਹੈ ਅਤੇ ਇਹਨਾਂ ਦੀ ਜਿਹੜੀ ਇੰਪਲੀਕੇਸ਼ਨਸ ਕੀ ਹੋਣਗੀਆਂ ਅਤੇ ਪੰਜਾਬ ਦੇ ਤਾਜ਼ਾ ਹਾਲਾਤ ਕੀ ਨੇ। ਸੋ ਕੋਈ ਵੀ ਗੱਲਬਾਤ ਤੁਸੀਂ ਸਾਡੇ ਨਾਲ ਸਟੂਡੀਓ 'ਚ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 204 632 9292 ਜਾਂ ਫਿਰ ਤੁਸੀਂ ਸਾਡੇ ਨਾਲ ਵਟਸਐਪ ਜਾਂ ਫੇਸਬੁੱਕ ਦੇ ਜ਼ਰੀਏ ਵੀ ਜੁੜ ਸਕਦੇ ਹੋ। ਵਟਸਐਪ 'ਤੇ ਜੁੜਨ ਵਾਸਤੇ ਫ਼ੋਨ ਨੰਬਰ ਹੈ 204 404 2444 204 404 2444 ਜਾਂ ਫਿਰ ਫੇਸਬੁੱਕ ਦੇ ਉੱਪਰ ਰੇਡੀਓ ਆਵਾਜ਼ ਦਾ ਪੇਜ ਸਰਚ ਕਰਕੇ ਤੁਸੀਂ ਸਾਡੇ ਨਾਲ ਆਨਲਾਈਨ ਫੇਸਬੁੱਕ ਦੇ ਉੱਪਰ ਵੀ ਜੁੜ ਸਕਦੇ ਹੋ। प्यार दे साज ते दिल दियां खुशियां दी आवाज रेडियो आवाज 96.9 FM। ਰੇਡੀਓ ਆਵਾਜ਼ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਬਾਤ ਚੱਲ ਰਹੀ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਆਪਾਂ ਅੱਜ ਚਰਚਾ ਕਰਾਂਗੇ ਪੰਜਾਬ ਦੇ ਵਿੱਚ ਪਾਸ ਹੋਏ ਜਿਹੜੇ 3 ਬਿੱਲ ਪਾਸ ਹੋਏ ਨੇ ਉਹਨਾਂ ਬਾਰੇ ਗੱਲ ਕਰਨੀ ਹੈ। 3 ਬਿੱਲ ਨੇ। ਇੱਕ ਬਿੱਲ ਦਾ ਨਾਂ ਹੈ ਜੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ, Farmers Agreement on Price Assurance, and third one is Essential Commodities Amendment Act Ordinance। ਜੋ ਇਹ 3 ਆਰਡੀਨੈਂਸ ਜਿਹੜੇ ਆ ਉਹ ਅਨੋਨਿਮਸਲੀ ਧੱਕੇ ਨਾਲ ਕਹਿ ਸਕਦੇ ਹਾਂ ਕਿ ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ ਦੇ ਸਾਈਨ ਤੋਂ ਬਾਅਦ ਇਹ ਬਿੱਲਾਂ 'ਤੇ ਮੋਹਰ ਲੱਗ ਗਈ, ਇਹਦੇ ਬਣ ਚੁੱਕੇ ਨੇ ਇਸ ਟਾਈਮ ਪੰਜਾਬ ਦਾ ਕਾਨੂੰਨ। ਬਰਾੜ ਸਾਹਿਬ, ਬਹੁਤ ਸਾਰੇ ਸਰੋਤੇ ਜਿਹੜੇ ਆ ਉਹ ਜਾਣਦੇ ਆ ਕਿ ਇਹ ਬਿੱਲ ਪਾਸ ਹੋ ਰਹੇ, ਵਿਦਰੋਹ ਚੱਲ ਰਿਹਾ, ਬਟ ਉਹਨਾਂ ਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਕਿ ਇਹ 3 ਬਿੱਲ ਕੀ ਇਸ਼ਾਰਾ ਕਰਦੇ ਨੇ, ਕੀ ਚੇਂਜਿਸ ਕੀਤੀਆਂ ਗਈਆਂ ਜਾਂ ਕੀ ਇਹਦੇ ਵਿੱਚ ਬਦਲਾਅ ਕੀਤੇ ਗਏ ਨੇ। ਵਿਸਤਾਰ ਨਾਲ ਤੁਹਾਡੇ ਤੋਂ ਜਾਣਨਾ ਚਾਹਾਂਗੇ। ਥੋੜ੍ਹੀ ਜਿਹੀ ਪਹਿਲਾਂ ਬੈਕਗਰਾਊਂਡ ਦੀ ਗੱਲ ਕਰ ਲਈਏ। ਪਹਿਲਾਂ ਤਾਂ ਜਦੋਂ ਆਰਡੀਨੈਂਸ ਸ਼ਬਦ ਨੂੰ ਗੂਗਲ ਕਰਦੇ ਆ ਨਾ ਤੁਸੀਂ, ਆਰਡੀਨੈਂਸ ਸ਼ਬਦ ਦਾ ਮਤਲਬ ਇਹ ਹੈ ਕਿ ਅਥੋਰੀਟੇਟਿਵ ਆਰਡਰ ਹੁੰਦਾ, ਜਿਹੜਾ ਹੁਕਮ ਹੁੰਦਾ ਹੈ ਨਾ। ਸੋ ਉਹਨਾਂ ਨੇ ਆਰਡੀਨੈਂਸ ਜਾਰੀ ਕਰਤਾ, ਮਤਲਬ ਰੂਲ ਬਣਾਤਾ, ਹੁਕਮ ਜਾਰੀ ਕਰਤਾ, ਕਮਾਂਡ ਦੇਤੀ ਵੀ ਇਉਂ ਹੋਊਗਾ। ਜਦੋਂ ਸਰਕਾਰਾਂ ਇਸ ਰਾਹ ਤੇ ਤੁਰ ਪੈਂਦੀਆਂ ਕਿ ਸਰਕਾਰਾਂ ਰਾਜਿਆਂ ਵਾਂਗੂ ਵਰਤਾਰਾ ਕਰਨ ਲੱਗ ਪੈਂਦੀਆਂ, ਹੁਕਮਰਾਨ ਲੱਗਣ ਲੱਗ ਪੈਂਦੀਆਂ, ਜਦ ਕਿ ਸਰਕਾਰਾਂ ਲੋਕਾਂ ਦੀਆਂ ਸੇਵਕ ਹੋਣੀਆਂ ਚਾਹੀਦੀਆਂ, ਲੋਕਾਂ ਦੇ ਪ੍ਰਤੀਨਿਧ ਹੋਣੇ ਚਾਹੀਦੇ ਆ, ਲੋਕਾਂ ਦੇ ਨੁਮਾਇੰਦੇ ਹੋਣੇ ਚਾਹੀਦੇ ਆ। ਜਦੋਂ ਤੁਸੀਂ ਕਿਸੇ ਵੀ ਬਿੱਲ ਨੂੰ ਪਾਸ ਕਰਨ ਦੇ ਵਿੱਚ ਕਾਹਲੀ ਕਰਦੇ ਹੋ, ਇੱਕਦਮ ਉਹਨੂੰ ਬਿੱਲ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਮੀਡੀਆ ਦੇ ਵਿੱਚ ਲੋਕਾਂ ਦੀ ਸਲਾਹ ਨਹੀਂ ਲੈਂਦੇ, ਤੁਸੀਂ
ਲੋਕ ਸਭਾ ਦੇ ਵਿੱਚ, ਵਿਧਾਨ ਸਭਾਵਾਂ ਦੇ ਵਿੱਚ ਉਸ ਚੀਜ਼ ਦੀ ਸਲਾਹ ਨਹੀਂ ਲੈਂਦੇ, ਰੈਫਰੈਂਡਮ ਨਹੀਂ ਕਰਵਾਉਂਦੇ। ਜਿਹੜੇ ਲੋਕ ਪ੍ਰਤੀਨਿਧ ਨੇ, ਕਿਸਾਨਾਂ ਨਾਲ ਸੰਬੰਧਿਤ ਜੇ ਕੋਈ ਬਿੱਲ ਪਾਸ ਹੁੰਦਾ ਤਾਂ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਨੇ, ਕਿਸਾਨੀ ਜਥੇਬੰਦੀਆਂ ਨੇ, ਉਹਨਾਂ ਨਾਲ ਤੁਸੀਂ ਕੋਈ ਸਲਾਹ ਨਹੀਂ ਕਰਦੇ ਤਾਂ ਉਹ ਕੁਦਰਤੀ ਤੌਰ 'ਤੇ ਹੁਕਮਰਾਨ ਵਾਂਗੂ ਲੱਗਦਾ ਹੈ, ਅਥੋਰੀਟੇਟਿਵ ਲੱਗਦਾ। ਸੋ ਇਹ ਆਰਡੀਨੈਂਸ ਹੈ ਜਿਹੜੇ ਅਥੋਰੀਟੇਟਿਵ ਲੱਗੇ ਆ ਲੋਕਾਂ ਨੂੰ, ਅਤੇ ਲੋਕ ਇਸੇ ਗੱਲ ਕਰਕੇ ਉਹਨਾਂ ਦਾ ਵਿਰੋਧ ਕਰ ਰਹੇ ਨੇ। ਬਰਾੜ ਸਾਹਿਬ, ਚੇਂਜਿਸ ਕੀ ਇਹਦੇ ਵਿੱਚ ਆਈਆਂ ਨੇ? ਕੀ ਜਿਹੜੇ ਪੁਰਾਣੇ ਹਾਲਾਤ ਜਾਂ ਪੁਰਾਣੇ ਬਿੱਲ ਦੇ ਅਕੋਰਡਿੰਗਲੀ ਕੀ ਨਵੀਆਂ ਚੇਂਜਿਸ ਇਹ 3 ਬਿੱਲਸ ਕਰਕੇ, ਜਾਂ ਹੁਣ ਤਾਂ ਲਾਅ ਹੀ ਕਹਾਂਗੇ ਜੀ, ਇਹ ਜਿਹੜੇ 3 ਨਵੇਂ ਲਾਅ ਬਣੇ ਨੇ, ਹਾਂਜੀ, ਇਹਨਾਂ ਕਰਕੇ ਕੀ ਬਦਲਾਵ ਆਏ ਨੇ? ਇਹਦੇ ਵਿੱਚ ਦੇਖੋ, ਉਹਨਾਂ ਨੇ 5 ਜੂਨ ਨੂੰ ਪਹਿਲਾਂ ਤਾਂ ਜਨਤਕ ਕੀਤੇ ਸੀਗੇ ਜਦੋਂ ਅਨਾਊਂਸਮੈਂਟ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਤੰਬਰ ਦੇ ਵਿੱਚ ਬਿੱਲ ਪੇਸ਼ ਕਰਤੇ, ਲੋਕ ਸਭਾ ਦੇ ਵਿੱਚ ਪਾਸ ਹੋ ਗਏ ਅਤੇ ਕਾਨੂੰਨ ਬਣ ਗਏ। ਇਹ ਕਹਿ ਰਹੇ ਹੈ ਕਿ ਅਸੀਂ ਜਿਹੜਾ ਮੰਡੀਕਰਨ ਹੈ, ਬੇਸਿਕਲੀ ਜਿਹੜਾ ਪ੍ਰੋਡਿਊਸ ਦਾ, ਉਸ ਮੰਡੀਕਰਨ ਨੂੰ ਅਸੀਂ ਉਹਦਾ ਸੁਧਾਰੀਕਰਨ ਕਰਨਾ। ਐਗਰੀਕਲਚਰ ਜਿਹੜੀ ਪ੍ਰੋਡਿਊਸ ਮਾਰਕੀਟਿੰਗ ਆ, ਉਹਦੇ ਅਸੀਂ ਰਿਫਾਰਮਸ ਕਰਨੇ ਆ। ਇਹਦਾ ਮਤਲਬ ਕਿ ਹਿਸਟੋਰੀਕਲੀ ਅਸੀਂ ਪਿਤਾ ਪੁਰਖੀ ਜਿਸ ਢੰਗ ਨਾਲ ਆਪਣੀ ਕਣਕ, ਆਪਣਾ ਝੋਨਾ ਜਾਂ ਆਪਣਾ ਫੂਡ, ਆਪਣੀ ਪ੍ਰੋਡਿਊਸ ਖੇਤੀ ਉਪਜ ਜਿਹੜੀ ਵੇਚਦੇ ਸੀ, ਉਹ ਉਸ ਤਰ੍ਹਾਂ ਨਹੀਂ ਹੋਊਗੀ, ਸਗੋਂ ਨਵੇਂ ਢੰਗ ਨਾਲ ਹੋਊਗੀ, ਨਵੇਂ ਤਰੀਕੇ। ਖੇਤੀ ਰਿਫਾਰਮਸ ਨੇ, ਉਹਦੇ ਵਿੱਚ ਉਹਨਾਂ ਨੇ ਇਹ 3 ਜਿਹੜੇ ਬਿੱਲਾਂ ਦੇ ਤੁਸੀਂ ਨਾਂ ਲਏ ਨੇ, ਉਹ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਆਰਡੀਨੈਂਸ ਪਹਿਲਾ, ਦੂਜਾ ਦਾ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਆਰਡੀਨੈਂਸ, ਤੀਸਰਾ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਆਰਡੀਨੈਂਸ। ਉਹ ਇਹ ਜਿਹੜੇ 3 ਬਿੱਲ ਪਾਸ ਕੀਤੇ ਆ, ਇਹਨਾਂ ਦਾ ਤਿੰਨਾਂ ਦਾ ਦੇਸੀ ਸ਼ਬਦਾਂ ਦੇ ਵਿੱਚ ਮਤਲਬ ਕੀ ਹੈ, ਉਹਦਾ ਅਸਰ ਕੀ ਹੋਣਾ, ਉਹਦੀਆਂ ਡੀਟੇਲਸ ਕੀ ਹੈ, ਉਹ ਆਪਾਂ ਡਿਸਕਸ ਕਰ ਲੈਂਦੇ ਹਾਂ। ਪਹਿਲੀ ਗੱਲ ਹੈ ਜੀ, ਇਸ ਬਿੱਲ ਦੇ ਵਿੱਚ ਜਿਹੜੀ ਪਹਿਲੀ ਚੀਜ਼ ਆਈ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਕੋਈ ਵੀ ਜਿਹਦੇ ਕੋਲ ਪੈਨ ਕਾਰਡ ਹੈ ਉਹ ਜਾ ਕੇ ਮੰਡੀ 'ਚੋਂ ਜਾਂ ਕਿਤੋਂ ਵੀ ਕਿਸਾਨ ਦੀ ਫਸਲ ਖਰੀਦ ਸਕਦਾ ਹੈ, ਕਿ ਕਿਸਾਨ ਨੂੰ ਓਪਨ ਮਾਰਕੀਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹਦਾ ਕੀ ਅਰਥ ਹੈ, ਕਿ ਇਹਦਾ ਪ੍ਰਭਾਵ ਕੀ ਪਊਗਾ? ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜ੍ਹਾ ਚੁੱਕੇ ਹੋ, ਤੁਹਾਨੂੰ ਜ਼ਿਆਦਾ ਨੌਲੇਜ ਹੋਊਗੀ, ਤੁਸੀਂ ਉਹਨਾਂ ਖੇਤੀਬਾੜੀ ਦੇ ਮਾਹਿਰਾਂ ਦੇ ਨਾਲ ਰਹਿ ਚੁੱਕੇ ਹੋ। ਸੋ ਇਹਦਾ ਮਤਲਬ ਕੀ ਹੈ ਕਿ ਜਦੋਂ ਮਤਲਬ ਇੱਕ ਆੜ੍ਹਤੀਆ ਫਸਲ ਚੱਕਦਾ ਆ, ਉਹ ਆੜ੍ਹਤੀਏ ਦਾ ਲਾਇਸੈਂਸਡ ਹੁੰਦਾ ਆ, ਉਹਦੀ ਨੈਟ ਵਰਥ ਵੈਰੀਫਾਈਡ ਹੁੰਦੀ ਆ, ਉਹਦੀ ਕੰਪਨੀ ਰਜਿਸਟਰਡ ਹੁੰਦੀ ਹੈ। ਬਟ ਇੱਥੇ ਕਿਹਾ ਗਿਆ ਹੈ ਕਿ ਮੰਡੀਕਰਨ ਜਿਹੜਾ ਵਾ ਉਹਨੂੰ ਓਪਨ ਕਰ ਦਿੱਤਾ ਗਿਆ ਹੈ। ਕੋਈ ਵੀ ਜਾ ਕੇ ਜਿਹਦੇ ਕੋਲ ਪੈਨ ਕਾਰਡ ਆ, ਉਹ ਆਪਣੀ ਮੰਡੀ 'ਚੋਂ ਡਾਇਰੈਕਟਲੀ ਕਿਸਾਨ ਤੋਂ ਫਸਲ ਜਿਹੜੀ ਆ ਉਹ ਖਰੀਦ ਸਕਦਾ ਹੈ। ਜੀ ਦੇਖੋ, ਸਾਰੇ ਜ਼ਿਮੀਂਦਾਰਾਂ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਹੈ ਕਿ ਮਤਲਬ ਹੁਣ ਤੱਕ ਅਸੀਂ ਕਣਕ, ਝੋਨਾ, ਸਾਡੇ ਪਿਓ, ਚਾਚੇ, ਤਾਏ ਕਿਵੇਂ ਕਣਕ ਵੇਚਦੇ ਰਹੇ ਆ, ਟਰਾਲੀ 'ਚ ਪਾਈ, ਮੰਡੀ ਜਾ ਕੇ ਸਿੱਟੀ, ਆੜ੍ਹਤੀਆਂ ਨੇ ਖਰੀਦੀ। ਉਹ ਹੁੰਦਾ ਕੀ ਸੀਗਾ ਕਿ ਜਿਹੜੀਆਂ ਮੰਡੀਆਂ, ਉਹਦੇ ਵਿੱਚ ਖਾਸ ਤੌਰ 'ਤੇ ਆਪਾਂ ਅਨਾਜ ਦੀ ਗੱਲ ਕਰੀਏ, ਕਣਕ ਝੋਨੇ ਦੀ, ਕਿਉਂਕਿ ਸਬਜ਼ੀਆਂ ਦਾ ਕੋਈ ਸਮਰਥਨ ਮੁੱਲ ਨਹੀਂ ਹੁੰਦਾ, ਹੋਰ ਕਈ ਫਸਲਾਂ ਇਸ ਤਰ੍ਹਾਂ ਦੀਆਂ ਮੈਡੀਸਨਲ ਕ੍ਰੌਪਸ, ਉਹਨਾਂ ਦਾ ਕੋਈ ਸਮਰਥਨ ਮੁੱਲ ਨਹੀਂ ਹੁੰਦਾ। ਪਰ ਜ਼ਿਆਦਾਤਰ ਜਿਹੜਾ ਏਕੜੇਜ ਹੈ, ਜਿਹੜਾ ਏਰੀਆ ਹੈ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਹੋਰ ਸਟੇਟਾਂ ਦਾ, ਖਾਸ ਤੌਰ 'ਤੇ ਨਾਰਦਰਨ ਸਟੇਟਾਂ ਦਾ, ਉਹ ਅਨਾਜ ਦੇ ਥੱਲੇ ਹੈ। ਤਾਂ ਅਨਾਜ ਦੀ ਜਿਹੜੀ ਖਰੀਦ ਹੈ ਉਹ ਸਰਕਾਰਾਂ ਕਰਦੀਆਂ ਸੀ। APMC ਹੈਗਾ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀਜ਼ ਬਣੀਆਂ ਸੀਗੀਆਂ, ਉਹਨਾਂ ਦੇ ਅੰਡਰ ਜਿਹੜੇ ਆੜ੍ਹਤੀਆਂ ਦੇ ਲਾਇਸੈਂਸ ਹੁੰਦੇ ਸੀ, ਅਤੇ ਲਾਇਸੈਂਸਡ ਆੜ੍ਹਤੀਏ ਮੰਡੀ ਦੇ ਵਿੱਚ ਉਹ ਸਾਰੀ ਪ੍ਰੋਡਿਊਸ ਖਰੀਦਦੇ ਸੀ। ਇਹ ਸਾਰਾ ਪੁਰਾਣਾ ਸਿਸਟਮ ਸੀ। ਹੁਣ ਉਹਨਾਂ ਨੇ ਕੀ ਕਰਤਾ, ਓਪਨ ਮਾਰਕੀਟ ਕਰਤੀ। ਮੰਨ ਲਓ ਤੁਸੀਂ ਔਲਖ ਸਾਹਿਬ, ਤੁਸੀਂ ਕੱਲ੍ਹ ਨੂੰ ਜਾਂਦੇ ਹੋ, ਬਟਾਲੇ ਗਏ, ਤੁਸੀਂ ਕਿਸੇ ਬੰਦੇ ਨੂੰ ਕਿਹਾ ਵੀ ਮੇਰੇ ਕੋਲ ਆ ਪੈਨ ਕਾਰਡ ਹੈ ਇੰਡੀਆ ਦਾ, ਅਤੇ ਮੈਂ ਆੜ੍ਹਤੀਆਂ, ਤਾਂ ਤੁਸੀਂ ਆੜ੍ਹਤੀ ਹੋ, ਤੁਹਾਨੂੰ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ, ਕਿਸੇ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ, ਕੁਛ ਨਹੀਂ। ਤੁਹਾਡੇ ਕੋਲ ਪੈਨ ਕਾਰਡ ਹੈ ਅਤੇ ਤੁਸੀਂ ਕਹੋ ਵੀ ਮੈਂ ਤੇਰੇ ਖੇਤ ਆਇਆ ਅਤੇ ਮੈਂ ਤੇਰੀ ਬੋਲੀ ਲਾਈ ਅਤੇ ਮੈਂ ਇੰਨੇ ਦੀ ਚੀਜ਼ ਖਰੀਦਣੀ ਹੈ, ਅਤੇ ਜ਼ਿਮੀਂਦਾਰ ਕਹਿੰਦਾ ਹਾਂ ਵੀ ਮੈਨੂੰ ਇਹ ਮੁੱਲ ਮਨਜ਼ੂਰ ਹੈ ਅਤੇ ਤੂੰ ਵੇਚ ਸਕਦਾ। ਹੁਣ ਦੇਖਣ ਨੂੰ ਇਹ ਚੀਜ਼ ਲੱਗਦੀ ਹੈ ਵੀ ਬਹੁਤ ਜ਼ਿਆਦਾ ਫਰੀਡਮ ਹੋ ਗਈ, ਪਰ ਅਸਲ 'ਚ ਇਹਦੀਆਂ ਇੰਪਲੀਕੇਸ਼ਨਸ ਕੀ ਨੇ, ਲੋਕਾਂ ਦੇ ਕੰਸਰਨਸ ਕੀ ਨੇ? ਲੋਕਾਂ ਦੇ ਕੰਸਰਨਸ ਇਹ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਓਪਨ ਕਰ ਦਿੰਦੇ ਹੋ ਤਾਂ ਉਹ ਜਿਹੜੀ ਮੰਡੀ ਦੀ ਮੋਨੋਪੋਲੀ ਟੁੱਟ ਜਾਂਦੀ ਹੈ। ਜਿਹੜੀ ਸਰਕਾਰ ਮਿਨੀਮਮ MSP ਕਹਿੰਦੀ ਸੀ, ਇੰਨੇ ਦੀ ਅਸੀਂ ਕਣਕ ਖਰੀਦਣੀ ਹੈ, ਉਹਦਾ ਹੁਣ ਕੋਈ ਮਤਲਬ ਨਹੀਂ ਰਹਿ ਜਾਣਾ, ਕਿਉਂਕਿ ਤੁਸੀਂ ਕਿਤੇ ਵੀ ਵੇਚ ਸਕਦੇ। ਠੀਕ ਹੈ, ਹੁਣ MSP ਹੈਗੀ ਹੈ ਮਿਨੀਮਮ ਸਪੋਰਟ ਪ੍ਰਾਈਸ, ਮਤਲਬ ਕਿ ਜੇ ਤੁਹਾਡੀ ਪ੍ਰੋਡਿਊਸ, ਪਹਿਲਾਂ ਕੀ ਸੀ, ਤੁਹਾਡੀ ਪ੍ਰੋਡਿਊਸ ਕਿਤੇ ਵੀ ਨਹੀਂ ਵਿਕਦੀ, ਤੁਸੀਂ ਵੇਚਣਾ ਚਾਹੁੰਦੇ ਹੋ, ਤਾਂ ਸਰਕਾਰ ਕਹਿੰਦੀ ਵੀ ਜੇ ਕਿਤੇ ਵੀ ਨਾ ਵਿਕੀ ਤਾਂ ਘੱਟੋ ਘੱਟ ਇੰਨਾ ਮੁੱਲ ਅਸੀਂ ਤੁਹਾਨੂੰ ਦੇਵਾਂਗੇ। ਸੋ ਦੈਟ ਇਜ਼ ਕਾਲਡ MSP। ਠੀਕ ਹੈ, ਹੁਣ ਜਦੋਂ ਬਹੁਤ ਵਧੀਆ ਮੁੱਲ ਮਿਲਦਾ ਹੈ ਤਾਂ ਲੋਕ ਮੰਡੀ ਦੇ ਵਿੱਚ ਆਪਣੀ ਪ੍ਰੋਡਿਊਸ ਲੈ ਜਾਂਦੇ ਆ, ਤਾਂ ਆੜ੍ਹਤੀਏ ਕੀ ਕਰਦੇ ਆ ਕਿ ਉਹਦੇ 'ਤੇ
2.5% ਆੜਤੀਏ ਦੀ ਫੀਸ ਹੈ, 3% ਰੂਰਲ ਡਿਵੈਲਪਮੈਂਟ ਫੀਸ ਹੈ ਤੇ 3% ਮੰਡੀ ਫੀਸ, 8.5% ਉਹਦੇ ਤੇ ਫੀਸ ਲੱਗ ਗਈ। ਸੋ ਜੇ ਤੁਸੀਂ ਮੰਨ ਲਓ 1000 ਰੁਪਈਏ ਦੀ ਕਣਕ ਵੇਚਦੇ ਹੋ ਤਾਂ ਉਹਦੇ 'ਚੋਂ 8.5% ਹੈ ਜਿਹੜਾ ਉਹ ਚਲਾ ਜਾਣਾ, ਜਿਹੜਾ ਅੱਡ ਜਗ੍ਹਾ ਤੇ ਕੱਟਿਆ ਜਾਣਾ। ਹੁਣ ਜਿਹੜੇ ਨਵੇਂ ਰਿਫਾਰਮਸ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਫੀਸ ਨਹੀਂ। ਤੁਸੀਂ ਚਲੇ ਗਏ, ਜਿਵੇਂ ਮੈਂ ਉਦਾਹਰਨ ਦਿੱਤੀ, ਤੁਸੀਂ ਬਟਾਲੇ ਚਲੇ ਗਏ, ਤੁਸੀਂ ਆੜਤੀਏ ਬਣ ਗਏ, ਤੁਸੀਂ ਕਿਸੇ ਬੰਦੇ ਤੋਂ ਖਰੀਦ ਲਈ। ਹੁਣ ਜਿਹੜੇ ਇੱਕ ਬੰਦੇ ਨੇ ਕੁਇੰਟਲ ਕਣਕ ਖਰੀਦੀ ਹੈ, ਆੜਤੀਏ ਨੇ, ਲਾਇਸੈਂਸਡ ਆੜਤੀਏ ਨੇ, ਤਾਂ ਉਹ 164 ਰੁਪਈਆ ਉਹਦੇ ਚੋਂ ਫੀਸਾਂ ਦੇ ਵਿੱਚ ਜਾਂਦਾ ਸੀ ਜੀ, ਠੀਕ ਹੈ। ਤਾਂ ਬਾਕੀ ਉਹਦੀ ਇਨਕਮ ਰਹਿ ਗਈ। ਹੁਣ ਜਿਹੜਾ ਬਾਹਰਲਾ ਬੰਦਾ, ਜੇ ਮੰਨ ਲਓ 2000 ਦੀ ਕੋਈ ਚੀਜ਼ ਖਰੀਦਦਾ, ਉਹਦੇ ਚੋਂ 164 ਕੱਢ ਲਓ, ਠੀਕ ਹੈ, ਤਾਂ ਉਹ ਬੇਸਿਕਲੀ ਜਿਹੜਾ ਬਾਹਰਲਾ ਬੰਦਾ ਉਹ ਬੈਟਰ ਪ੍ਰਾਈਸ ਦੇ ਸਕਦਾ। ਉਹ ਦੂਜੇ ਬੰਦੇ ਤੋਂ ਜੇ $64 ਵੱਧ ਵੀ ਪ੍ਰਾਈਸ ਦੇਵੇ ਤਾਂ ਜਿਹੜਾ ਉਹ $100 ਦਾ ਡਿਫਰੈਂਸ ਰਹਿੰਦਾ ਤੇ ਜਿਹੜਾ ਰੁਪਈਏ ਦਾ ਡਿਫਰੈਂਸ ਰਹਿੰਦਾ, ਤੇ ਜਿਹੜਾ ਜ਼ਿਮੀਂਦਾਰ ਨੂੰ ਐਂ ਲੱਗਦਾ ਕਿ ਮੈਨੂੰ ਇੱਥੇ ਫਾਇਦਾ ਤੇ ਮਹਿੰਗੀ ਚੀਜ਼ ਵੇਗੀ। ਸੋ ਇਹ ਲੁਕਰੇਟਿਵ ਲੱਗਦਾ ਹੈ, ਅਟਰੈਕਟਿਵ ਲੱਗਦਾ ਹੈ ਸ਼ੁਰੂ ਦੇ ਵਿੱਚ, ਹੈ ਨਾ। ਉਹਦਾ ਅਸਲ 'ਚ ਕੀ ਹੋਣਾ ਹੈ, ਉਹਦਾ ਮਤਲਬ ਕੀ ਹੈ ਕਿ ਜੇ ਮੰਨ ਲਓ 90% ਜ਼ਿਮੀਂਦਾਰ ਹੈ ਜਿਹੜੇ ਉਹ ਪ੍ਰਾਈਵੇਟਲੀ ਵੇਚਣ ਲੱਗ ਗਏ ਤਾਂ ਮੰਡੀਆਂ ਖਤਮ ਹੋ ਜਾਣਗੀਆਂ, ਕਿਉਂਕਿ ਆੜਤੀਆਂ ਨੂੰ ਫੀਸ ਦੇਣੀ ਪੈਂਦੀ ਹੈ। ਉਹ ਲੈਵਲ ਪਲੇਇੰਗ ਫੀਲਡ ਰਹਿਣਾ ਨਹੀਂ। ਇੱਕ ਬੰਦੇ ਨੂੰ ਤਾਂ ਫੀਸ ਦੇਣੀ ਪੈਂਦੀ ਹੈ, ਦੂਜੇ ਨੂੰ ਫੀਸ ਨਹੀਂ ਦੇਣੀ ਪੈਂਦੀ। ਸੋ ਕਹਿਣ ਤੋਂ ਭਾਵ ਇਹ ਹੋ ਗਿਆ ਕਿ ਹੌਲੀ ਹੌਲੀ ਮੰਡੀ ਦੀ ਹੋਂਦ ਖਤਮ ਹੋ ਜਾਊਗੀ ਤੇ ਫਿਰ ਪ੍ਰਾਈਵੇਟ ਹੱਥਾਂ ਤੇ ਆ ਕਿ ਪ੍ਰਾਈਵੇਟ ਰਾਹਮੋਂ ਕਰਨ ਤੇ ਆ ਵੀ ਫਸਲ ਦੀ ਮੁੱਲ ਕਿੰਨਾ ਕੀ ਪਾਉਣਾ। ਹੁਣ ਉਹ ਮੇਰੀ ਮਰਜ਼ੀ ਹੋਗੀ ਕਿ ਮੈਂ 100 ਰੁਪਏ ਲੈਣਾ ਕਿ 50 ਰੁਪਏ ਮੁੱਲ ਪਾਉਣਾ। ਕਿਸਾਨ ਇਹਦੇ ਵੇਚਣੀ ਹੈ, ਕਿਉਂਕਿ ਫਸਲ ਜ਼ਮੀਨ 'ਚ ਪਈ ਵੀ ਮਾੜੀ ਹੈ ਤੇ ਫਸਲ ਜ਼ਮੀਨ 'ਚ ਖੜੀ ਵੀ ਮਾੜੀ ਹੈ ਜੀ। ਸੋ ਦੋਨਾਂ ਹੀ ਸੂਰਤਾਂ ਵਿੱਚ ਕਿਸਾਨ ਨੂੰ ਕਾਹਲੀ ਹੁੰਦੀ ਹੈ ਕਿ ਮੇਰੀ ਫਸਲ ਜਿਹੜੀ ਹੈ ਉਹ ਵਿਕ ਜਾਏ। ਹੁਣ ਦੇਖੋ ਜਿਹੜੀਆਂ ਮੰਡੀਆਂ ਨੇ ਨਾ, ਮੰਡੀਆਂ ਦਾ ਜਦੋਂ MSP ਦੀ ਗੱਲ ਕਰਦੇ ਹਾਂ, ਸਰਕਾਰ ਆਰਗੂ ਕਰਦੀ ਹੈ ਵੀ ਤੁਸੀਂ MSP ਦਾ ਰੌਲਾ ਪਾਇਆ। ਅਸੀਂ ਕਿਹੜਾ ਬੰਦ ਕੀਤੀ MSP? ਬੰਦ ਤਾਂ ਤੁਸੀਂ ਨਹੀਂ ਕੀਤੀ, ਪਰ ਲਿਖੀ ਵੀ ਨਹੀਂ। ਤੁਸੀਂ ਬੰਦ ਤਾਂ ਨਹੀਂ ਕੀਤੀ, ਨਹੀਂ ਹੈਗੀ ਹੈ MSP, ਉਵੇਂ ਹੀ ਹੈਗੀ ਹੈ, ਮੰਡੀਆਂ ਉਵੇਂ ਹੀ ਚੱਲਣਗੀਆਂ। ਪਰ ਜਿਹੜੇ ਆਰਡੀਨੈਂਸ ਪਾਸ ਹੋਏ ਨੇ ਇਹਨਾਂ ਦਾ ਰੌਲਾ ਤਾਂ ਇਹੋ ਹੀ ਚੱਲਦਾ ਪਿਆ ਨਾ ਕਿ ਤੁਸੀਂ ਇੱਕ ਨਿੱਕੀ ਜਿਹੀ ਲਾਈਨ ਲਿਖ ਦਿਓ ਕਿ ਹਾਂ ਕਿ MSP ਜਾਰੀ ਰਹੂਗੀ। ਕਮਿਟਮੈਂਟ ਨਹੀਂ ਨਾ ਕੀਤੀ, ਕਿਉਂਕਿ ਜੇ ਉਹ ਕਮਿਟਮੈਂਟ ਕਰਦੇ ਆ, ਦੇਖੋ ਜੇ ਸਰਕਾਰ ਇੱਕ ਕਮਿਟਮੈਂਟ ਕਰਦੀ ਹੈ ਕਿ MSP ਅਸੀਂ ਕਦੇ ਵੀ ਬੰਦ ਨਹੀਂ ਕਰਾਂਗੇ ਬਲੈਕ ਐਂਡ ਵਾਈਟ ਲਿਖ ਕੇ, ਤਾਂ ਇਹਦਾ ਮਤਲਬ ਬੰਦ ਨਹੀਂ ਕਰਨਗੇ। ਜੇ ਤੁਸੀਂ ਕਹੀ ਜਾ ਰਹੇ ਹੋ ਯਾਰ ਅਸੀਂ ਤਾਂ ਕੁਝ ਕਿਹਾ ਹੀ ਨਹੀਂ, ਤਾਂ ਜੇ ਤੁਸੀਂ ਕੱਲ੍ਹ ਨੂੰ ਮੁੱਕਰ ਜਾਂਦੇ ਹੋ, ਠੀਕ ਹੈ, ਤਾਂ ਫਿਰ ਕੀ ਹੋਊ? ਨੰਬਰ 1, ਜੇ ਮੁੱਕਰਦੇ ਨਹੀਂ ਵੀ ਤਾਂ ਜਦੋਂ ਬਾਹਰਲੇ ਬੰਦੇ ਨੂੰ ਤੁਸੀਂ ਕਹਿੰਦੇ ਤੂੰ ਖਰੀਦ ਲਾ, ਤੇਰੇ ਤੋਂ ਕੋਈ ਫੀਸ ਨਹੀਂ ਲੈਣੀ, ਜੇ ਮੰਡੀ 'ਚ ਵੇਚਣੀ ਹੈ ਤਾਂ 8.5% ਹੈ ਜਿਹੜਾ ਵਿੱਚੋਂ ਕੱਟਿਆ ਜਾਊਗਾ, ਤਾਂ ਫਿਰ ਸਟਰੋਂਗਰ ਪੋਜੀਸ਼ਨ ਤਾਂ ਉਹਦੀ ਹੋਗੀ ਜਿਹਦੀ ਕੋਈ ਫੀਸ ਨਹੀਂ। ਜਾਣ ਬੁੱਝ ਕੇ ਮੰਡੀ ਨੂੰ ਖਤਮ ਕੀਤਾ ਜਾ ਰਿਹਾ, ਜਿਵੇਂ ਸਰਕਾਰੀ ਸਕੂਲਾਂ ਨੂੰ ਖਤਮ ਕੀਤਾ ਸੀ ਜੀ। ਹੁਣ ਜੇ ਆਪਾਂ ਕਹੀਏ ਵੀ ਜੇ ਉਦੋਂ ਲੋਕ ਐਜੀਟੇਸ਼ਨ ਟਰਾਲੀਆਂ 'ਚ ਚੜ੍ਹ ਜਾਂਦੇ ਵੀ ਯਾਰ ਪ੍ਰਾਈਵੇਟ ਸਕੂਲ ਸਾਡੇ ਸ਼ਹਿਰ ਖੁੱਲ੍ਹ ਗਿਆ, ਇਹ ਕਾਹਤੋਂ ਖੁੱਲ੍ਹ ਗਿਆ, ਅਸੀਂ ਨਹੀਂ ਖੁੱਲ੍ਹਣ ਦੇਣਾ ਕਿਉਂਕਿ ਸਰਕਾਰੀ ਸਕੂਲ ਮਰ ਜਾਣਗੇ, ਤਾਂ ਸਰਕਾਰ ਦੀ ਆਰਗੂਮੈਂਟ ਕੀ ਸੀ ਵੀ ਅਸੀਂ ਸਰਕਾਰੀ ਸਕੂਲ ਬੰਦ ਕਦੋਂ ਕੀਤੇ ਆ? ਹੈਗਾ ਤਾਂ ਹੈ, ਤੁਸੀਂ ਸਰਕਾਰੀ 'ਚ ਭੇਜ ਦਿਓ ਆਪਦਾ ਜਵਾਕ, ਠੀਕ। ਹੁਣ ਸਰਕਾਰੀ 'ਚ ਜਦੋਂ ਭੇਜੋਗੇ ਤਾਂ ਉੱਥੇ ਫਿਜ਼ੀਕਲ ਐਜੂਕੇਸ਼ਨ ਵਾਲਾ ਸਾਇੰਸ ਪੜ੍ਹਾਈ ਜਾਂਦਾ। ਸਰਕਾਰੀ ਸਕੂਲਾਂ ਦਾ ਬਣੇ ਤਣੇ ਦਾ ਭੱਠਾ ਬਹਿ ਗਿਆ, ਪ੍ਰਾਈਵੇਟ ਸਕੂਲ, ਪ੍ਰਾਈਵੇਟ ਕਾਲਜ, ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਫੁੱਲਤ ਹੋ ਗਈਆਂ। ਉਹਨਾਂ ਦੀ ਇਨਕਮ ਕਿਹਨੂੰ ਜਾ ਰਹੀ ਹੈ? ਉਹਨਾਂ ਦੀ ਇਨਕਮ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਹੀ ਹੈ। ਹੁਣ ਜੇ ਮੰਨ ਲਓ ਇਹ ਮੰਡੀਆਂ 4000 ਕਰੋੜ ਰੁਪਈਆ ਪੰਜਾਬ ਮੰਡੀ ਬੋਰਡ ਦੀ ਇਨਕਮ ਹੈ, ਠੀਕ ਹੈ, ਤੇ ਉਹ ਇਨਕਮ ਕਿੱਧਰ ਜਾਊਗੀ? ਉਹ ਖਤਮ ਹੋ ਜੂਗੀ। ਉਹ ਜਿਹੜਾ ਸਾਰਾ ਪੈਸਾ ਹੈ ਉਹ ਸਰਕਾਰ ਦੇ ਖਾਤੇ 'ਚੋਂ ਚਲਾ ਗਿਆ, ਸਰਕਾਰ ਦੀ ਇਨਕਮ ਘਟ ਗਈ, ਤਾਂ ਫਿਰ ਸਰਕਾਰ ਕਹੂਗੀ ਸਾਡੇ ਕੋਲ ਤਾਂ ਸਾਡਾ ਖਜ਼ਾਨਾ ਖਾਲੀ ਹੈ ਤੇ ਅਸੀਂ ਸਰਕਾਰ ਕੁਝ ਕਰ ਵੀ ਨਹੀਂ ਰਹੀ ਨਾ। ਸਰਕਾਰ ਅੰਦਰ ਖਾਤੇ ਜੇ ਕੈਪਟਨ ਦੀ ਗੱਲ ਕਰੀਏ ਤਾਂ ਉਹ ਵੀ ਸਮਰਥਨ ਕਰ ਰਿਹਾ ਤੇ BJP ਤੁਹਾਨੂੰ ਪਤਾ ਹੀ ਹੈ ਕਿ ਉਹ ਵੀ ਸਮਰਥਨ ਕਰ ਰਹੀ ਹੈ ਤੇ ਅਕਾਲੀ ਦਲ ਨੇ ਵੀ ਪਹਿਲਾਂ ਇਹਨਾਂ ਦਾ ਸਮਰਥਨ ਕਰ ਚੁੱਕਾ ਹੈ। ਜੇ ਸਰਕਾਰ ਨੂੰ ਪਤਾ ਹੈ ਕਿ ਪਰ ਈਅਰ 4000 ਕਰੋੜ ਜਿਹੜਾ ਉਹਨੇ ਖਜ਼ਾਨੇ 'ਚ ਅਸਰ ਪੈ ਰਿਹਾ, ਪਹਿਲਾਂ ਤਾਂ ਮਨਪ੍ਰੀਤ ਬਾਦਲ ਸਾਹਿਬ ਕਹਿ ਰਹੇ ਕਿ ਖਜ਼ਾਨਾ ਖਾਲੀ ਹੈ ਤੇ 4000 ਕਰੋੜ ਦਾ ਜਿਹੜਾ ਘਾਟਾ ਇਹ ਪਾਊਗਾ, ਫਿਰ ਸਰਕਾਰ ਇਹਦੇ ਹੱਕ 'ਚ ਨਹੀਂ ਬੋਲ ਰਹੀ। ਸੋ ਕਾਰਨ ਸਰਮਾਏਦਾਰੀ ਨੂੰ ਪ੍ਰਮੋਟ ਕੀਤਾ ਜਾ ਰਿਹਾ। ਹੁਣ ਦੇਖੋ ਸਰਮਾਏਦਾਰੀ ਇਸੇ ਹੀ ਤਰ੍ਹਾਂ ਪ੍ਰਮੋਟ ਹੋ ਰਹੀ ਹੈ ਕਿ ਸਰਕਾਰੀ ਸਿਸਟਮ ਸਾਡੇ ਵੇਂਦਿਆਂ ਖਤਮ ਹੋਇਆ। ਸਾਡੀ ਸਰਕਾਰੀ ਟਰਾਂਸਪੋਰਟੇਸ਼ਨ ਖਤਮ ਹੋਈ ਹੈ ਕਿ ਨਹੀਂ ਹੋਈ? ਕਿਸੇ ਨੇ ਐਂ ਕਿਹਾ ਸੀ ਸਰਕਾਰੀ ਬੱਸਾਂ ਬੰਦ ਹੈ? ਨਾ ਹੀ ਕੋਈ ਅੱਜ ਕਹਿ ਰਿਹਾ ਵੀ ਸਰਕਾਰੀ ਮੰਡੀਆਂ ਬੰਦ ਹੈ। ਜਿਹੜੇ ਬੈਂਕ ਨੇ ਸਰਕਾਰੀ ਬੈਂਕਾਂ ਦਾ ਕੀ ਹਾਲ ਹੈ, ਡਾਕਖਾਨਿਆਂ ਦਾ ਕੀ ਹਾਲ ਹੈ, ਜਿਹੜੀਆਂ ਪ੍ਰਾਈਵੇਟ ਪਲੇਅਰਸ ਨੇ ਜਿਹੜੇ ਡਿਲੀਵਰ ਕਰਦੇ ਆ, ਕੋਰੀਅਰ ਕੰਪਨੀ, ਉਹ ਸਟਰੋਂਗ ਹੋਈਆਂ ਹੈ ਨਾ। ਸੋ ਸਰਕਾਰ ਦੀਆਂ ਪਾਲਿਸੀਜ਼ ਇਸ ਤਰ੍ਹਾਂ ਇੰਪੈਕਟ ਕਰਦੀਆਂ ਜੇ ਆਪਾਂ ਇਕੱਲੀ MSP ਦੀ ਜਾਂ ਕਣਕ ਝੋਨੇ ਦੀ ਗੱਲ ਕਰੀਏ, ਹੈ ਨਾ। ਦੂਸਰੀ ਗੱਲ ਇਹ ਹੈ ਵੀ ਉਹ ਜਿਹੜੀ ਨੈਗੋਸ਼ੀਏਸ਼ਨ ਪਾਵਰ ਹੈ, ਜੇ ਸਰਕਾਰ ਇਹ ਕਹਿੰਦੀ ਹੈ ਵੀ ਤੁਹਾਨੂੰ ਤਾਂ ਅਸੀਂ ਖੁੱਲ੍ਹ ਦੇਤੀ,
ਵੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਜਿੱਥੇ ਤੁਹਾਨੂੰ ਵਧੀਆ ਭਾਅ ਮਿਲਦਾ ਹੈ ਉੱਥੇ ਜਾ ਕੇ ਆਪਦੀ ਕਣਕ ਵੇਚੋ, ਤੁਹਾਨੂੰ ਮੰਡੀ ਜਾਣ ਦੀ ਲੋੜ ਨਹੀਂ। ਜੀ ਬਰਾੜ ਸਾਹਿਬ, ਗੱਲਬਾਤ ਇਸੇ ਮੁੱਦੇ ਤੇ ਹੋਰ ਕਰਾਂਗੇ, ਪਰ ਹੁਣ ਵੇਲਾ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਗੱਲਬਾਤ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਹੋਰ ਕੀ ਲੁਕਵੇਂ ਤੱਥ ਨੇ। ਇਹਦੇ ਨਾਲ ਇਹਦੇ ਇੱਕ ਹੋਰ ਰਲਦੀ ਮਿਲਦੀ ਗੱਲ ਹੈ ਕਿ ਇਸ ਕਿਸਾਨ ਕੋਲੋਂ ਅਪੀਲ ਦਾ ਹੱਕ ਖੋਇਆ ਗਿਆ, ਸੋ ਉਸ ਬਾਰੇ ਵੀ ਝਾਤ ਮਾਰੀ ਜਾਏਗੀ। ਜੁੜੇ ਰਹੋ ਰੇਡੀਓ ਆਵਾਜ਼ ਦੇ ਨਾਲ। ਕੋਈ ਵੀ ਫੋਨ ਨੰਬਰ ਗੱਲਬਾਤ ਕਰਨ ਵਾਸਤੇ ਫੋਨ ਨੰਬਰ ਹੈ 204 404 2444 204 404 2444। प्यार दे साज ते दिल दियां खुशियां दी आवाज रेडियो आवाज 96.9 FM। FM ਦੇ ਨਾਲ ਜੁੜੇ ਹੋਏ ਹੋ। ਗੱਲਬਾਤ ਬੜੇ ਹੀ ਗੰਭੀਰ ਮੁੱਦੇ ਤੇ ਉੱਤੇ ਜਿਹਦੇ ਸਾਰਾ ਪੰਜਾਬ ਆ ਇਸ ਟਾਈਮ ਇਕਜੁੱਟ ਹੋਇਆ ਹੈ, ਇੱਕ ਦੋ ਬੰਦਿਆਂ ਨੂੰ ਜਾਂ ਇੱਕ ਦੋ ਪਾਰਟੀਆਂ ਨੂੰ ਜਾਂ ਇੱਕ ਦੋ ਨੁਮਾਇੰਦਿਆਂ ਨੂੰ ਛੱਡ ਕੇ। ਸੋ ਉਸ ਬਾਰੇ ਗੱਲ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ ਪੰਜਾਬ ਵਿੱਚ ਪਾਸ ਹੋਏ 3 ਆਰਡੀਨੈਂਸ ਦੇ ਬਾਰੇ, ਪੰਜਾਬ ਦੇ ਵਿੱਚ ਨਵੇਂ ਬਣੇ ਕਾਨੂੰਨ ਦੇ ਬਾਰੇ। ਬਰਾੜ ਸਾਹਿਬ, ਗੱਲਬਾਤ ਆਪਾਂ ਚੱਲ ਰਹੀ ਸੀ ਕਿ ਨੈਗੋਸ਼ੀਏਸ਼ਨ ਪਾਵਰ ਆ ਉਹ ਵੱਧ ਗਈ ਹੈ ਕਿ ਕਿਸਾਨ ਕਿਤੇ ਵੀ ਵੇਚ ਸਕਦਾ ਹੈ, ਬਟ ਲੁਕਵੇਂ ਤੌਰ ਤੇ ਪੰਜਾਬ ਦੀ ਜਿਹੜੀ MSP ਜਾਂ ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਪੰਜਾਬੀ 'ਚ ਕਹਿੰਦੇ ਆਪਾਂ, ਘੱਟੋ ਘੱਟ ਸਮਰਥਨ ਮੁੱਲ, ਉਹ ਸਮਰਥਨ ਮੁੱਲ ਖੋਇਆ ਜਾ ਰਿਹਾ ਤੇ ਮੰਡੀ ਦੀ ਹੋਂਦ ਖਤਮ ਕਰਕੇ ਕਿਸਾਨ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਜਾ ਰਿਹਾ। ਸੋ ਮਤਲਬ ਇਹ ਲੁਕਵੀਂ ਸਾਜ਼ਿਸ਼ ਚੱਲ ਰਹੀ ਹੈ। ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਪ੍ਰੈਕਟੀਕਲੀ ਦੇਖੋ, ਜੇ ਤਾਂ ਮੰਨ ਲਓ ਕੋਈ ਸਰਕਾਰ ਇਹ ਬਿਆਨ ਦਿੰਦੀ ਹੈ ਕਿ ਭਾਈ ਤੁਹਾਨੂੰ ਖੁੱਲ੍ਹ ਹੈ, ਤੁਹਾਡੇ ਖਰੀਦਦਾਰ ਸਾਰੀ ਦੁਨੀਆ 'ਚੋਂ ਆਉਣਗੇ, ਠੀਕ ਹੈ, ਪ੍ਰੋਸੈਸਿੰਗ ਕੰਪਨੀਆਂ ਆਉਣਗੀਆਂ, ਬਿਜ਼ਨਸਿਸ ਆਉਣਗੇ, ਐਗਰੀ ਬਿਜ਼ਨਸਿਸ ਆਉਣਗੇ, ਸਟੋਰਾਂ ਵਾਲੇ ਆਉਣਗੇ, ਕੋਲਡ ਸਟੋਰਾਂ ਵਾਲੇ ਆਉਣਗੇ, ਜਿਹੜਾ ਸਭ ਤੋਂ ਜ਼ਿਆਦਾ ਤੁਹਾਨੂੰ ਪ੍ਰਾਈਸ ਦਿੰਦਾ ਉਹਨੂੰ ਵੇਚ ਦਿਓ। ਵੇਖਣ ਨੂੰ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਯਾਰ ਅਸੀਂ ਤਾਂ ਮਹਿੰਗੀ ਵੇਚਾਂਗੇ, ਪਰ ਪ੍ਰੈਕਟੀਕਲੀ ਕੀ ਹੈ? ਪਹਿਲੀ ਤਾਂ ਗੱਲ, ਜਿੰਨੀ ਐਗਰੀਕਲਚਰ ਦੀ ਸਾਰੀ ਪ੍ਰੋਡਿਊਸ ਆ ਉਹ ਪੈਰੀਸ਼ੇਬਲ ਹੈ। ਕਿਸੇ ਕੋਲੇ ਆਲੂ ਹੈ, ਕਿਸੇ ਕੋਲੇ ਕਣਕ ਹੈ, ਕਿਸੇ ਕੋਲੇ ਝੋਨਾ ਹੈ, ਉਹ ਤੁਸੀਂ ਕਿੰਨਾ ਚਿਰ ਰੱਖ ਲਓਗੇ, ਕਿੰਨਾ ਚਿਰ ਵੇਟ ਕਰ ਲਓਗੇ, ਉਹ ਗਲਦੇ ਆ। ਜੱਟ ਨੂੰ ਕਾਹਲੀ ਪਈ ਹੁੰਦੀ ਹੈ ਜਦੋਂ ਕਿਸਾਨ ਖੇਤੀ ਝੋਨਾ ਵੱਢਦਾ ਹੈ ਜਾਂ ਕਣਕ ਵੱਢਦੇ। ਸਾਡੇ ਵੀ ਹੁਣ ਇੱਦਾਂ ਹੁੰਦਾ ਸੀ ਕਿ ਕਾਹਲੀ ਪਈ ਹੁੰਦੀ ਵੀ ਰਾਤੋਂ ਰਾਤ ਵੇਚ ਦਿਓ ਕਿ ਸਵੇਰ ਤੱਕ ਮੰਡੀ ਪਈ ਹੋਵੇ ਤੇ ਤੁਲ ਜਾਏ। ਹੁਣ ਰਾਤ ਮੰਡੀ ਰਹਿਣਾ ਜਾਂ 1-2 ਰਾਤ ਮੰਡੀ ਰਹਿਣਾ ਬਹੁਤ ਔਖਾ ਹੈ, ਮੱਛਰ ਲੜਦਾ ਹੈ, ਗਰਮੀ ਸਰਦੀ ਹੁੰਦੀ ਹੈ। ਸੋ ਗੱਲ ਇਹ ਹੈ ਕਿ ਕਿਸਾਨ ਉਸ ਟਾਈਮ ਤੇ ਉਸ ਚੀਜ਼ ਨੂੰ ਲਮਕਾ ਨਹੀਂ ਸਕਦਾ ਕਿ ਹਾਂ ਕਿ ਨਹੀਂ ਮੈਨੂੰ ਕੋਈ ਚੰਗਾ ਖਰੀਦਦਾਰ ਆਊਗਾ ਤਾਂ ਮੈਂ ਵੇਚੂੰਗਾ। ਉਹਦੇ ਕਈ ਰੀਜ਼ਨ ਨੇ। ਉਹਦਾ ਇੱਕ ਤਾਂ ਰੀਜ਼ਨ ਇਹ ਹੈ ਵੀ ਪੈਰੀਸ਼ੇਬਲ ਹੈ ਪ੍ਰੋਡਿਊਸ, ਵੀ ਗਲ ਨਾ ਜਾਵੇ, ਹੈ ਨਾ। ਦੂਸਰਾ ਇਹ ਹੈ ਵੀ ਉਹਦੀ ਜਿਹੜੀ ਇਕਨੋਮਿਕ ਹਾਲਤ, ਆਰਥਿਕ ਹਾਲਤ ਜ਼ਿਮੀਂਦਾਰ ਦੀ ਇਹੋ ਜਿਹੀ ਹੈ ਵੀ ਉਹਦੇ ਤਾਂ ਪਹਿਲਾਂ ਪੈਸੇ ਸਿਰ ਚੜ੍ਹੇ ਆ, ਉਹ ਤਾਂ ਡਿੱਕ ਹੀ ਜਾਂਦਾ ਵੀ ਜਿੱਦਾਂ ਕਣਕ ਵੱਢ ਲਈ ਅਗਲੇ ਦਿਨ ਦੇ ਕੇ ਮੈਂ ਆੜ੍ਹਤੀਏ ਦੇ ਕਟਾਵਾਂ, ਕਰਜ਼ਾ ਲਾਵਾਂ ਤੇ ਮੈਂ ਆਪਦੇ ਜਵਾਕਾਂ ਨੂੰ ਕੋਈ ਝੱਗੇ ਪਜਾਮੇ ਲਿਆ ਕੇ ਦੇਵਾਂ। ਇਹ ਦਿਸ ਇਜ਼ ਦ ਰੀਅਲ ਸਿਚੁਏਸ਼ਨ। ਹੁਣ ਜੇ ਕੋਈ ਬੰਦਾ ਚਾਹੁੰਦਾ ਹੈ ਵੀ ਮੈਂ ਤਾਂ ਉਦੋਂ ਵੇਚੂੰ ਜਦੋਂ ਮਹਿੰਗੀ ਹੋਊਗੀ, ਉਹ ਕਰ ਸਕਦਾ ਹੈ। ਉਹਦੇ ਕੋਲ ਫੈਸਿਲਿਟੀ ਕਿੱਥੇ ਹੈ? ਕਰੂ ਕਿਵੇਂ? ਪਹਿਲੀ ਗੱਲ, ਜਿਹੜੇ ਬੰਦੇ ਕੋਲੇ 3.5 ਕਿੱਲੇ ਜ਼ਮੀਨ ਹੈ, ਠੀਕ ਹੈ, ਮੰਨ ਲਓ ਮੇਰੇ ਬਾਪੂ ਕੋਲ 3.5 ਕਿੱਲੇ ਜ਼ਮੀਨ ਹੈ ਮੁਕਤਸਰ ਕੋਲੇ ਪਿੰਡ ਹੈ, ਉਹਨੂੰ ਜਾਂ ਮੁਕਤਸਰ ਦੀ ਮੰਡੀ ਜਾਂ ਮਲੋਟ ਜਾਂ ਗਿੱਦੜਬਾਹਾ ਤੇ ਜਾਂ ਵੱਧ ਤੋਂ ਵੱਧ ਅਬੋਹਰ ਚਲਾ ਜਾਊਗਾ। ਇਦੋਂ ਵੱਧ ਉਹਦੀ ਮਾਰ ਨਹੀਂ ਹੈਗੀ। ਜੇ ਉਹਨੂੰ ਕੋਈ ਬੰਦਾ ਕਵੇ ਯਾਰ ਤੂੰ ਇਉਂ ਕਰ, ਗੁਜਰਾਤ ਡਬਲ ਭਾਅ ਮਿਲਦਾ, ਕਿਵੇਂ ਜਾਊਗਾ ਗੁਜਰਾਤ? ਉਹ ਜੀ ਕਿਵੇਂ ਵੇਟ ਕਰੂਗਾ? ਜੇ ਉਹਨੂੰ ਕੋਈ ਬੰਦਾ ਇਹ ਕਵੇ ਵੀ ਭਾਈ ਤੂੰ ਇਉਂ ਕਰ, ਤੂੰ 4 ਮਹੀਨੇ ਰੱਖ ਲੈ, ਇਹਨੂੰ ਸਟੋਰ ਕਰ ਲਾ, ਜਦੋਂ ਮਹਿੰਗਾ ਭਾਅ ਹੋ ਗਿਆ ਉਦੋਂ ਵੇਚੋ। ਸਟੋਰ ਕਿਵੇਂ ਕਰੂਗਾ? ਉਹ ਛੱਤਾਂ ਤਾਂ ਚੌਂਦੀਆਂ ਉਹਦੀਆਂ ਵਿਚਾਰੇ ਦੀਆਂ, ਉਹਦੇ ਕੋਲ ਤਾਂ ਸੌਣ ਨੂੰ ਥਾਂ ਹੈ ਨਹੀਂ, ਕੁੱਪ ਬੰਨੂਗਾ, ਕੀ ਕਰੂਗਾ, ਕਿਵੇਂ? ਉਹ ਸਟੋਰੇਜ ਫੈਸਿਲਿਟੀ ਹੈ ਨਹੀਂ। ਸੋ ਉਸ ਸਿਚੁਏਸ਼ਨ ਦੇ ਵਿੱਚ ਇਹ ਹੈ ਕਿ the farmer is not in a position to negotiate positively for him, right? ਉੱਥੇ ਕੀ ਹੈ, ਜਿਹੜੀ ਬਾਰਗੇਨਿੰਗ ਪਾਵਰ ਹੈ ਉੱਥੇ ਉਹਦੀ ਹਾਲਤ ਪਤਲੀ ਹੈ, ਜਿਹੜਾ ਖਰੀਦਦਾਰ ਹੈ ਉਹਦੀ ਹਾਲਤ ਸਟਰੋਂਗਰ ਹੈ। ਉਹ ਫਿਰ ਜਿਹੜੇ ਭਾਅ ਕਹੂਗਾ ਉਸੇ ਭਾਅ ਉਹਨੂੰ ਚੁਕਾਉਣੀ ਪੈਣੀ ਹੈ। ਜਾਂ ਦੂਜੀ ਗੱਲ ਇਹ ਹੈ ਵੀ ਜਿਹੜੇ ਵੱਡੇ ਜ਼ਿਮੀਂਦਾਰ ਨੇ, ਹੁਣ ਮੈਨੂੰ ਲੱਗਦਾ 80-85 ਜ਼ਿਮੀਂਦਾਰ ਜ਼ਿਮੀਂਦਾਰ ਹੈ ਜਿਹੜੇ ਉਹ ਛੋਟੇ ਨੇ, ਬਾਕੀ 10-15% ਹੈ ਜਿਹੜੇ ਉਹ ਵੱਡੇ ਨੇ। ਸੋ ਵੱਡੇ ਜ਼ਿਮੀਂਦਾਰ ਮੰਨ ਲਓ ਉਹਨਾਂ ਦੇ ਤਾਂ ਆਪਦੇ ਗਡਾਊਨ ਬਣੇ ਹੋਏ ਆ, ਜਿਵੇਂ ਇੱਥੇ ਲੋਕਾਂ ਦੇ ਸਟੋਰੇਜ ਬਿਨ ਬਣੇ ਹੋਏ ਆ, ਠੀਕ ਹੈ, ਉਹ ਕਰ ਲੈਣਗੇ ਸਟੋਰ। ਜਾਂ ਫਿਰ ਇਹ ਹੋਊਗਾ ਵੀ ਜਿਹੜਾ 200 ਕਿੱਲੇ ਵਾਲਾ ਉਹ 3-3, 4-4 ਕਿੱਲਿਆਂ ਵਾਲਿਆਂ ਦੀ ਉਦੋਂ ਖਰੀਦ ਕੇ ਆਪਦੇ ਕੋਲ ਰੱਖ ਲੂਗਾ, ਉਸ ਤੋਂ ਬਾਅਦ ਉਹ ਵੇਚ ਦੂਗਾ। ਉਹ ਜ਼ਿਮੀਂਦਾਰ ਵੀ ਹੋ ਸਕਦਾ, ਉਹ ਆੜ੍ਹਤੀਆ ਵੀ ਹੋ ਸਕਦਾ, ਉਹ ਐਗਰੀਕਲਚਰ ਬਿਜ਼ਨਸ ਵੀ ਹੋ ਸਕਦਾ, ਉਹ ਕੋਈ ਵੇਅਰ ਹਾਊਸ ਵੀ ਹੋ ਸਕਦਾ, ਉਹ ਕੋਈ ਪ੍ਰਾਈਵੇਟ ਬਿਜ਼ਨਸ ਜਿਹੜਾ ਓਨਰ ਵੀ ਹੋ ਸਕਦਾ। ਇਹਦੇ ਨਾਲ ਇੱਥੇ ਗੱਲ ਜੁੜਦੀ ਹੈ ਕਿ ਅਡਾਨੀ ਜਾਂ ਅੰਬਾਨੀ ਗਰੁੱਪ ਜਿਹੜਾ ਆ ਉਹ ਪਹਿਲਾਂ ਹੀ ਪੰਜਾਬ ਵਿੱਚ ਇੱਦਾਂ ਦੇ ਵੇਅਰ ਹਾਊਸ ਆ ਚੁੱਕਾ ਹੈ। 40 ਲੱਖ ਬੋਰੀਆਂ ਸਾਂਭਣ ਦਾ ਕਾਂਟਰੈਕਟ ਜਿਹੜਾ ਆ ਆਲਰੇਡੀ FCI ਦੇ ਨਾਲ ਸਾਈਨਡ ਹੈ,
ਰਿਲਾਇੰਸ ਕਾਰਪੋਰੇਸ਼ਨ ਦਾ ਕਿ ਸਾਡੀ ਜਿਹੜੀ ਕਣਕ ਆ ਜਾਂ ਝੋਨਾ ਆ ਜਾਂ 40 ਲੱਖ ਬੋਰੀਆਂ ਜਿਹੜੀਆਂ ਤੁਸੀਂ ਸਾਂਭਣੀਆਂ ਨੇ ਪਰ ਸੀਜ਼ਨ, ਤੇ ਜੇ ਆਪਾਂ ਤੁਹਾਨੂੰ 40 ਲੱਖ ਬੋਰੀਆਂ ਤੋਂ ਘੱਟ ਦਾ ਕੰਟਰੈਕਟ ਦੇਵਾਂਗੇ ਤਾਂ ਵੀ ਤੁਹਾਨੂੰ ਆਪਾਂ ਉਹਦਾ ਪੇ ਕੀਤਾ ਜਾਊਗਾ। ਸੋ ਇਹ ਚੀਜ਼ਾਂ ਜਿਹੜੀਆਂ ਇੰਟਰਲਿੰਕਡ ਨੇ, ਕਿਉਂਕਿ ਹੌਲੀ ਹੌਲੀ ਇਹ ਸਾਹਮਣੇ ਹੁਣ ਆ ਰਿਹਾ। ਅਡਾਨੀ ਦੇ ਬਹੁਤ ਸਾਰੇ ਫਾਰਮ ਜਿਹੜੇ ਨਿੱਕੇ ਨਿੱਕੇ ਜਗ੍ਹਾ 'ਤੇ ਪੰਜਾਬ ਦੇ ਵਿੱਚ ਜੇ ਆਪਾਂ ਗੂਗਲ ਕਰੀਏ ਨਾ ਅੱਜ ਹੀ ਲੱਭ ਜਾਣਗੇ। ਕਪੂਰਥਲੇ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਮੋਗੇ ਦੇ ਵਿੱਚ ਕਾਫੀ ਸਾਰੇ ਨਿੱਕੇ ਨਿੱਕੇ ਫਾਰਮ ਜਿਹੜੇ ਆਲਰੇਡੀ ਐਗਜ਼ਿਸਟ ਕਰ ਰਹੇ ਨੇ। ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਇਹ ਬਿੱਲ ਤੇ ਪਾਸ ਕਰਨਾ ਹੀ ਕਰਨਾ ਹੈ। ਸੋ ਉਹਨਾਂ ਨੇ ਪਹਿਲਾਂ ਹੀ ਇਹਨੂੰ ਇਹਦੇ ਅਮਲੀ ਜਾਮਾ ਪਹਿਨਾ ਦਿੱਤਾ ਸੀ। ਇਹ ਕੰਪਨੀਆਂ ਪਹਿਲਾਂ ਤਿਆਰ ਬੈਠੀਆਂ ਨੇ। ਹੁਣ ਦੇਖੋ, ਜੇ ਤੁਸੀਂ ਸਟੋਰੇਜ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਬਿੱਲਾਂ ਦੇ ਵਿੱਚ ਇੱਕ ਇਹ ਕਲੌਜ਼ ਪਾਈ ਹੋਈ ਹੈ ਜਿਹਦੇ ਵਿੱਚ ਜਿਹੜੇ ਖੇਤੀ ਬਿਜ਼ਨਸ ਨੇ, ਐਗ ਬਿਜ਼ਨਸਿਸ, ਕੰਪਨੀਆਂ ਨੇ, ਪ੍ਰੋਸੈਸਰਸ ਨੇ, ਉਹ ਜਿੰਨਾ ਚਿਰ ਮਰਜ਼ੀ ਤੇ ਜਿੰਨਾ ਮਰਜ਼ੀ ਕੋਈ ਵੀ ਪ੍ਰੋਡਿਊਸ ਸਟਾਕ ਕਰ ਸਕਦੇ ਆ। ਜਮਾਖੋਰੀ ਐਕਟ ਦੇ ਖਿਲਾਫ ਨਹੀਂ ਜਾਊਗਾ ਨਾ। ਉਹਦੇ ਵਿੱਚ ਸਰਕਾਰ ਦੀ ਜਿਹੜੀ ਇੰਟਰਫੀਰੈਂਸ ਹੈ ਨਾ, ਉਹ ਉਹਨਾਂ ਨੇ ਘਟਾਤੀ, ਰਿਮੂਵ ਕਰਤੀ ਰਾਦਰ। ਠੀਕ ਹੈ, ਮਤਲਬ ਇਹ ਹੋਇਆ ਕਿ ਜਿਹੜੀ ਜਮਾਖੋਰੀ ਐਕਟ ਜਿਹੜੀ ਹੈਗੀ ਉਹਨੂੰ ਪੂਰੀ ਤਰ੍ਹਾਂ ਖਤਮ ਕਰਤਾ। ਪਰ ਉਹਨੂੰ ਪੂਰੀ ਤਰ੍ਹਾਂ ਖਤਮ ਕਰਤਾ, ਪਰ ਇੱਕ ਨਿੱਕੀ ਜਿਹੀ ਵਿੱਚ ਕਲੌਜ਼ ਮੈਨੂੰ ਲੱਗਦਾ ਸ਼ਾਇਦ ਇਹ ਪਾਤੀ ਵੀ ਜੇ ਕਿਤੇ ਜੰਗ ਲੱਗੀ ਹੋਈ ਹੈ ਜਾਂ ਭੁੱਖਮਰੀ ਪਈ ਹੋਈ ਹੈ, ਕਾਲ ਪੈ ਗਿਆ, ਤਾਂ ਗਵਰਨਮੈਂਟ ਇੰਟਰਫੀਅਰ ਕਰ ਸਕਦੀ, ਪਰ ਆਮ ਹਾਲਾਤਾਂ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਲਓ। ਪਿੱਛੇ ਜਿਵੇਂ ਪੰਜਾਬ ਦੇ ਵਿੱਚ ਪਿਆਜ਼ ਬਹੁਤ ਮਹਿੰਗੇ ਹੋ ਜਾਂਦੇ, ਹਰ 2 ਸਾਲ ਬਾਅਦ ਪਿਆਜ਼ ਮਹਿੰਗਾ ਹੋ ਜਾਂਦਾ ਕਿਉਂਕਿ ਉਹ ਸਟੋਰ ਕਰ ਲੈਂਦੇ ਆ, ਜਮਾਖੋਰੀ ਹੋ ਜਾਂਦੀ। ਹੁਣ ਤਾਂ ਬਿਲਕੁਲ ਉਹ ਸ਼ਰੇਆਮ ਕਰ ਸਕਦੇ। ਹਾਂਜੀ, ਹੁਣ ਤੁਸੀਂ ਇਹ ਦੇਖੋ ਵੀ ਜਦੋਂ ਜ਼ਿਮੀਂਦਾਰਾਂ ਤੋਂ ਕੋਈ ਚੀਜ਼ ਖਰੀਦ ਲਈ, ਅੱਗੇ ਵੀ ਮੈਂ ਇਹੀ ਐਗਜ਼ਾਮਪਲ ਦਿੱਤੀ ਸੀ ਵੀ ਤੁਹਾਡੇ ਪਿੰਡ ਦੇ ਲੋਕਾਂ ਨੇ ਪਿਆਜ਼ ਵੇਚਤੇ, ਕਣਕ ਵੇਚਤੀ, ਆਲੂ ਵੇਚਤੇ, ਤੇ ਕਿਸੇ ਇੰਡਸਟਰੀਲਿਸਟ ਨੇ ਉਹ ਖਰੀਦ ਕੇ ਆਪਦੇ ਜਿਹੜੇ ਉਹ ਨਵੇਂ ਢੋਲ ਬਿੰਨ ਬਣਾਏ ਹੋਏ ਆ ਉੱਥੇ ਰੱਖ ਲਏ। ਠੀਕ, ਤੇ ਉਹ ਕਿਉਂਕਿ ਉਹ ਤਾਂ ਕਰੋੜਾਂ ਦਾ ਮਾਲਕ ਹੈ, ਅਰਬਾਂ ਦਾ ਮਾਲਕ ਹੈ, ਉਹ ਕਹਿੰਦਾ ਮੈਂ ਤਾਂ ਨਹੀਂ ਵੇਚਦਾ। ਸਾਲ ਅਗਲੇ ਸਾਲ ਅਗਲੀ ਫਸਲ ਆਉਣੀ ਹੈ, ਤੁਹਾਡੇ ਢੋਲ ਕਣਕ ਵਾਲੇ ਖਾਲੀ ਹੋ ਗਏ, ਤੁਹਾਡੇ ਜਵਾਕ ਢਿੱਡ ਤੇ ਮਾਰੀ ਜਾਂਦੇ ਹੱਥ ਵੀ ਮੈਨੂੰ ਤਾਂ ਭੁੱਖ ਲੱਗੀ ਹੈ, ਕਣਕ ਲਿਆ ਕੇ ਦਿਓ। ਤੁਸੀਂ ਆਪਦੀ ਬੀਜੀ ਹੋਈ, ਆਪਦੀ ਵੇਚੀ ਹੋਈ ਕਣਕ ਉਹਨਾਂ ਲੋਕਾਂ ਤੋਂ ਮਹਿੰਗੇ ਮੁੱਲ ਲੈ ਕੇ ਆਓਗੇ ਕਿਉਂਕਿ ਤੁਹਾਡੇ ਜਵਾਕਾਂ ਨੂੰ ਭੁੱਖ ਲੱਗੀ ਹੈ, ਉਹ ਕਹਿੰਦਾ ਮੈਂ ਵੇਚਣੀ ਨਹੀਂ। ਸੋ ਇਹ ਜਿਹੜਾ ਕੰਟਰੋਲ ਹੈ ਮਾਰਕੀਟ ਦਾ, ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣ ਦਾ ਖਦਸ਼ਾ ਹੈ, ਰਾਦਰ ਜਾਊਗਾ। ਜੀ ਬਰਾੜ ਸਾਹਿਬ, ਗੱਲਬਾਤ ਹੋਰ ਵੀ ਕਰਾਂਗੇ। ਇੱਕ ਹੋਰ ਨਵਾਂ ਜਿਹੜਾ ਇਹ ਲਾਅ ਬਣੇ ਉਹਦੇ ਵਿੱਚ ਇੱਕ ਹੋਰ ਬੜੀ ਵੱਡੀ ਚੀਜ਼ ਆ ਜਿਹਦੇ 'ਤੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਕਿ ਜਿਹੜਾ ਇਹਦੇ ਵਿੱਚ ਅਪੀਲ ਦਾ ਹੱਕ ਹੈ, ਉਹ ਸਿਵਲ ਕੋਰਟ ਕਿਸਾਨ ਨਹੀਂ ਜਾ ਸਕਦਾ। ਇਸ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਕੋਈ ਵੀ ਸਵਾਲ ਤੁਹਾਡਾ ਸਾਡੇ ਨਾਲ ਹੈ ਤੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ 204 404 2444 204 404 2444 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਗੱਲਬਾਤ MLA ਦਿਲਜੀਤ ਬਰਾੜ ਸਾਹਿਬ ਦੇ ਨਾਲ ਇਸੇ ਤਰ੍ਹਾਂ ਚੱਲਦੀ ਰਹੇਗੀ। ਕਿਸਾਨ ਆਰਡੀਨੈਂਸ ਜਿਹੜਾ ਪਾਸ ਹੋਇਆ ਉਹਦੇ ਵਿਦਰੋਹ ਕਰ ਰਹੇ ਨੇ, ਉਹਦੇ ਬਾਰੇ ਅੱਜ ਆਪਾਂ ਵਿਸਥਾਰਪੂਰਵਕ ਗੱਲ ਕਰ ਰਹੇ ਹਾਂ। ਤੁਸੀਂ ਸੁਣ ਰਹੇ ਹੋ ਰੰਗ ਰੋਸ਼ਨੀ ਤੇ ਮੁਹੱਬਤ ਦੇ ਪੈਗਾਮ ਵੰਡਦਾ ਰੇਡੀਓ ਆਵਾਜ਼ 96.9 FM। ਦੇ ਉੱਪਰ ਚੱਲ ਰਹੇ ਪ੍ਰੋਗਰਾਮ ਰਾਈਡ ਵਿਦ ਰੇ ਦੇ ਵਿੱਚ ਅੱਜ ਗੱਲਬਾਤ ਦਾ ਵਿਸ਼ਾ ਗੰਭੀਰ ਹੈ ਤੇ ਗੱਲ ਵੀ ਗੰਭੀਰ ਹੈ ਕਿ ਪੰਜਾਬ ਦੇ ਵਿੱਚ ਇਸ ਟਾਈਮ ਹਰ ਇੱਕ ਛੋਟੇ ਤੋਂ ਲੈ ਕੇ ਵੱਡੀ ਉਮਰ ਤੱਕ ਦਾ ਇਨਸਾਨ ਜਿਹੜਾ ਹੈ ਉਹ ਤੜਪ ਰਿਹਾ ਹੈ ਤੇ ਉਹ ਅੰਦੋਲਨ ਕਰ ਰਹੇ ਨੇ। ਕਿਸਾਨ ਮਜ਼ਦੂਰ ਏਕਤਾ ਦੇ ਬੈਨਰ ਦੇ ਹੇਠ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਇਸ ਸੰਘਰਸ਼ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕਰ ਚੁੱਕੀਆਂ ਨੇ, ਲਾ ਵੀ ਚੁੱਕੀਆਂ ਨੇ। ਕਾਂਗਰਸ ਨੇ ਆਪਣਾ ਵੱਖਰਾ ਪ੍ਰਦਰਸ਼ਨ ਕੀਤਾ, BJP ਦੇ ਵੱਲੋਂ ਖੁਸ਼ੀ ਮਨਾ ਰਹੀ ਹੈ। ਉਹਨਾਂ ਨੇ ਇੱਕ ਵੱਖਰਾ ਸਪੋਰਟ ਰੈਲੀ ਚੰਡੀਗੜ੍ਹ ਦੇ ਵਿੱਚ ਆਯੋਜਨ ਕੀਤੀ ਜਿਹਦੇ ਵਿੱਚ ਕਿਰਾਏ ਦੇ ਟਰੈਕਟਰ ਲਿਆ ਕੇ ਤੇ ਕਿਰਾਏ ਦੇ ਲੋਕ ਲਿਆ ਕੇ ਸ਼ੋਅ ਕੀਤਾ ਗਿਆ ਕਿ ਕਿਸਾਨ ਸਾਡੇ ਨਾਲ ਨੇ। ਜਦ ਕਿ ਜੀ ਉੱਥੇ ਜੋ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕਿਸਾਨ ਆਰਡੀਨੈਂਸ ਬਾਰੇ ਕੀ ਜਾਣਦੇ ਹੋ ਤਾਂ ਉਹਨਾਂ ਨੂੰ ਕਿਸੇ ਨੂੰ ਕੁਛ ਨਹੀਂ ਪਤਾ ਤੇ ਕਿਸੇ ਦੀ ਜ਼ਮੀਨ ਵੀ ਨਹੀਂ ਸੀਗੀ। ਬਹੁਤੇ ਜਿਹੜੇ ਸੀਗੇ ਉਹ ਕਿਰਾਏ 'ਤੇ ਆਏ ਸੀਗੇ ਜਾਂ ਆਪਣੇ ਕਿਸੇ ਲੀਡਰ ਦੇ ਕਹਿਣ ਦੇ ਉੱਤੇ ਪਹੁੰਚੇ ਸੀ। ਸੋ ਉਸੇ ਤਰ੍ਹਾਂ ਕੁਝ ਲੋਕ ਸਮਰਥਨ ਕਰ ਰਹੇ ਨੇ, ਬਟ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਦੇ ਖਿਲਾਫ ਗੱਲਬਾਤ ਹੋ ਰਹੀ ਹੈ। ਗੱਲਬਾਤ ਡਿਟੇਲ 'ਚ ਆਪਾਂ ਕੀਤੀ ਹੈ ਕਿ ਇਹਦੇ ਮਾਰੂ ਪ੍ਰਭਾਵ ਕੀ ਨੇ ਪੰਜਾਬ ਦੀ ਕਿਸਾਨੀ ਦੇ ਉੱਪਰ। ਅਗਲਾ ਮਾਰੂ ਪ੍ਰਭਾਵ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬਰਾੜ ਸਾਹਿਬ, ਇਹ ਕਿਸਾਨ ਦੀ ਇੱਕ ਜਿਵੇਂ ਇੱਕ ਹੱਕ ਖੋਲ੍ਹਿਆ, ਇਹ ਇੱਕ ਲੱਖੀ ਦਾ ਹੱਕ ਹੈ ਕਿ ਤੁਸੀਂ ਅਦਾਲਤ ਜਾ ਸਕਦੇ ਹੋ। ਤੁਹਾਡਾ ਮੇਰਾ ਰੌਲਾ ਹੈ ਤੇ ਮੈਂ ਜਾ ਕੇ ਪੰਚਾਇਤ ਕੋਲ ਜਾਊਂਗਾ, ਜੇ ਪੰਚਾਇਤ ਕੋਲ ਗੱਲ ਨਹੀਂ ਬਣਦੀ ਤਾਂ ਮੈਂ ਜਾਊਂਗਾ ਜੀ ਕੋਰਟ ਚਲ ਜਾਵਾਂਗਾ। ਪਰ ਇੱਥੇ ਕਿਸਾਨ ਦੀ ਜੇ ਅਣਬਣ ਹੋ ਜਾਂਦੀ ਹੈ, ਜੇ ਪ੍ਰਾਈਵੇਟ ਕਿਸੇ ਅਦਾਰੇ ਦੇ ਨਾਲ ਮੰਨ ਲਓ ਕੋਈ ਨੇ ਉਹਦੀ ਫਸਲ ਖਰੀਦ ਲਈ ਤੇ ਪੈਸੇ ਨਹੀਂ ਦਿੱਤੇ ਜਾਂ ਉਹਦੀ ਜ਼ਮੀਨ ਦੀ ਠੇਕੇ 'ਤੇ ਲੈ ਕੇ ਵਾਹ ਰਿਹਾ ਤੇ ਪੈਸੇ ਨਹੀਂ ਦਿੱਤੇ, ਤੇ ਉਹ ਕਿਸਾਨ ਕੋਰਟ ਕਿਉਂ ਨਹੀਂ ਜਾ ਸਕਦਾ? ਇਹ ਹੱਕ ਖੋਹਣ ਦਾ ਮਤਲਬ ਕੀ ਹੈ? ਤੁਸੀਂ ਦੇਖੋ ਉਹਦੀ ਬੈਕਗਰਾਊਂਡ ਇਹ ਹੈ ਕਿ ਜਿਹੜਾ ਦੂਜਾ ਆਪਾਂ ਆਰਡੀਨੈਂਸ ਦੀ ਗੱਲ ਕਰਦੇ ਸੀ, ਲੀਗਲ ਫਰੇਮਵਰਕ ਫॉर ਕੰਟਰੈਕਟ ਫਾਰਮਿੰਗ, ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਹੈ, ਐਨਕਰੇਜ ਕਰ ਰਿਹਾ ਹੈ ਕਿ ਵੱਧ ਤੋਂ ਵੱਧ ਕੰਟਰੈਕਟ ਫਾਰਮਿੰਗ ਹੋਵੇ। ਮੰਨ ਲਓ ਇੱਕ ਕੋਈ ਕੰਪਨੀ ਆ ਗਈ ਹੈ,
ਉਹ ਕਹਿੰਦੀ ਹੈ ਵੀ ਅਸੀਂ ਫਲਾਨੀ ਫਸਲ ਬਜਵਾਉਣੀ ਹੈ ਪਿੰਡਾਂ ਦੇ ਵਿੱਚ, ਤੇ ਸਾਰੇ ਜ਼ਿਮੀਂਦਾਰਾਂ ਨਾਲ ਉਹਨਾਂ ਨੇ ਕੰਟਰੈਕਟ ਕਰ ਲਿਆ। ਉਹ ਕੰਟਰੈਕਟ ਇਹ ਹੁੰਦਾ ਕਿ ਫਸਲ ਬੀਜਣ ਤੋਂ ਪਹਿਲਾਂ ਇੱਕ ਸਿਗਨੇਚਰ ਹੋ ਜਾਂਦੇ ਆ ਇੱਕ ਕੰਟਰੈਕਟ 'ਤੇ, ਜਿਹੜਾ ਲੀਗਲ ਕੰਟਰੈਕਟ ਹੈ ਕਿ ਉਹਦੀਆਂ ਆਹ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ, ਇੰਨੀ ਤੁਸੀਂ ਸਾਨੂੰ ਪ੍ਰੋਡਿਊਸ ਦਿਓਗੇ, ਆਹ ਪ੍ਰੋਡਿਊਸ ਦੀ ਕੁਆਲਿਟੀ ਹੋਊਗੀ, ਜੇ ਤੁਹਾਡਾ ਪ੍ਰੋਡਿਊਸ ਦਾਗੀ ਹੋਇਆ, ਉਹਦੇ 'ਚ ਮੋਇਸਚਰ ਵੱਧ ਹੋਇਆ, ਜਾਂ ਉਹਦੀ ਸ਼ੇਪ ਸਾਈਜ਼ ਪ੍ਰੋਪਰ ਨਾ ਹੋਇਆ, ਸਾਡੀ ਕੁਆਲਿਟੀ ਦੇ ਹਿਸਾਬ ਨਾਲ ਜਿਹੜੀ ਕਿ ਕੁਆਲਿਟੀ ਉਹਨਾਂ ਨੇ ਚੈੱਕ ਕਰਨੀ ਹੈ, ਤਾਂ ਅਸੀਂ ਇਹਨੂੰ ਰਿਜੈਕਟ ਕਰ ਸਕਦੇ ਹਾਂ ਜਾਂ ਸਸਤੇ ਭਾਅ ਲੈ ਸਕਦੇ ਹਾਂ। ਉਹਦੇ ਵਿੱਚ ਹੁਣ ਡਿਸਪਿਊਟ ਹੋਣ ਦੇ ਚਾਂਸ ਨੇ। ਪਹਿਲੀ ਤਾਂ ਗੱਲ, ਜਦੋਂ ਤੁਸੀਂ ਕੋਈ ਕੰਟਰੈਕਟ ਸਾਈਨ ਕਰਦੇ ਹੋ, ਤੁਸੀਂ ਆਹ ਛੋਟਾ ਜਿਹਾ ਕੋਈ ਮੰਨ ਲਓ ਕੋਈ ਫੋਨ ਲੈਣਾ ਜਾਂ ਇੰਟਰਨੈਟ 'ਤੇ ਕੋਈ ਚੀਜ਼ ਖਰੀਦਦੇ ਆ, ਤਾਂ ਉੱਥੇ ਐਂ ਲਿਖਿਆ ਹੁੰਦਾ ਵੀ ਕੰਡੀਸ਼ਨ ਸਾਰੀਆਂ 'ਤੇ ਥੱਲੇ ਆਈ ਐਗਰੀ, ਉਹ 15 ਪੇਜ ਨੇ। ਪਹਿਲੀ ਤਾਂ ਗੱਲ, ਤੁਹਾਡੇ ਕੋਲ ਟਾਈਮ ਨਹੀਂ ਕਿ ਤੁਸੀਂ ਉਹ 15 ਪੇਜ ਪੜ੍ਹੋਗੇ। ਦੂਸਰੀ ਗੱਲ, ਜੇ ਤੁਸੀਂ ਉਹ ਪੜ੍ਹ ਵੀ ਲਏ ਤਾਂ ਤੁਹਾਨੂੰ ਉਹ ਸਮਝ ਨਹੀਂ ਆਉਣੇ, ਕਿਉਂਕਿ ਉਹਦੀ ਜਿਹੜੀ ਲੈਂਗੁਏਜ ਹੈ ਉਹ ਵਕੀਲੀ ਭਾਸ਼ਾ ਹੈ। ਚੌਥੀ ਗੱਲ ਇਹ ਵੀ, ਜੇ ਤੁਸੀਂ ਕਿਸੇ ਵਕੀਲ ਨੂੰ ਹਾਇਰ ਕਰਕੇ ਉਹ ਕੰਟਰੈਕਟ ਸਾਈਨ ਕਰਨਾ ਹੈ ਤਾਂ ਉਹਦੀ ਫੀਸ ਹੋਊਗੀ। ਤਾਂ ਜਿਹੜਾ ਜ਼ਿਮੀਂਦਾਰ ਹੈ, ਉਹ ਜਿਹੜਾ 3.5-4 ਕਿੱਲਿਆਂ ਵਾਲੇ ਜ਼ਿਮੀਂਦਾਰਾਂ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ 80-85% ਨੇ, ਕਿ ਉਹ ਇਹ ਅਫੋਰਡ ਕਰਦੇ ਆ ਕਿ ਉਸ ਐਗਰੀਮੈਂਟ ਦਾ ਜਿਹੜਾ ਸਾਈਨ ਕਰਨ ਅਤੇ ਉਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣ। ਨੰਬਰ 1, ਜੇ ਉਹ ਸਮਝ ਵੀ ਗਏ, ਉਦੋਂ ਬਾਅਦ ਕੋਈ ਡਿਸਪਿਊਟ ਹੋ ਗਿਆ, ਤਾਂ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ SDM ਕੋਲੇ ਜਾ ਸਕਦੇ ਹੋ। ਠੀਕ ਹੈ। ਹੁਣ ਉਹਨਾਂ ਦਾ ਜ਼ਿਮੀਂਦਾਰਾਂ ਦਾ ਜਿਹੜਾ ਕੋਈ ਸੇਫ ਗਾਰਡ ਮੈਕੈਨਿਜ਼ਮ ਹੈ, ਉਹਨਾਂ ਦੀ ਕੋਈ ਡਿਫੈਂਸ ਹੈ, ਉਹਨਾਂ ਨੂੰ ਸਰਕਾਰ ਕਿਸੇ ਢੰਗ ਨਾਲ ਪ੍ਰੋਟੈਕਟ ਕਰੇ, ਇਹ ਚੀਜ਼ ਟੋਟਲੀ ਅਨਕਲੀਅਰ ਹੈ। ਉਹ ਕਹਿੰਦੇ ਵੀ ਤੁਸੀਂ ਕੋਰਟ ਨਹੀਂ ਜਾ ਸਕਦੇ, ਸਿਵਲ ਕੋਰਟ ਨਹੀਂ ਜਾ ਸਕਦੇ, SDM ਕੋਲੇ ਜਾ ਸਕਦੇ। ਹੁਣ ਜਦੋਂ ਅਸੀਂ SDM ਕਚਹਿਰੀਆਂ ਦੀ, DC ਦਫ਼ਤਰ ਦੀ ਗੱਲ ਕਰਦੇ ਹਾਂ, ਸਾਡੇ ਮੁਲਕ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਆਪਾਂ ਨੂੰ ਇਹ ਪਤਾ ਹੈ ਕਿ ਕਰਪਸ਼ਨ ਹੈ ਜਿਹੜੀ, ਉਹ ਅਕਾਊਂਟ ਫਾਰ ਕੀਤੀ ਕਿਸੇ ਨੇ ਹੁਣ ਤੱਕ ਜੀ। ਜੇ ਤੁਸੀਂ ਜ਼ਿਮੀਂਦਾਰ ਦਾ ਤੇ ਇੱਕ ਇੰਡਸਟਰੀਅਲਿਸਟ ਦਾ ਡਿਸਪਿਊਟ ਹੋ ਗਿਆ ਤੇ SDM ਨੇ ਫੈਸਲਾ ਕਰਨਾ ਤੇ ਰਿਸ਼ਵਤ ਨਾਲ ਉਹਦਾ ਫੈਸਲਾ ਹੋਣਾ, ਤਾਂ ਜ਼ਿਮੀਂਦਾਰ ਵੱਧ ਪੈਸੇ ਦੇ ਸਕਦਾ ਹੈ ਕਿ ਉਹ ਕੰਪਨੀ ਵਾਲਾ ਵੱਧ ਪੈਸੇ? ਪਹਿਲੀ ਗੱਲ, ਉਹ ਜਿਹੜੀ ਕਰਪਸ਼ਨ ਹੈ, ਉਹ ਸਿਸਟਮ ਹੈ ਜਿਹੜਾ, ਉਹ ਫਿਰ ਜ਼ਿਮੀਂਦਾਰ ਦੇ ਉਲਟ ਭੁਗਤੂਗਾ। ਸੋ ਜ਼ਿਮੀਂਦਾਰ ਦੀ ਹਾਲਤ ਹੋਰ ਪਤਲੀ ਹੋ। ਪਹਿਲਾਂ ਹੀ ਬੈਕਲੌਗ ਬਹੁਤ ਹੈ ਜੀ SDM ਦੇ ਕੋਲ, ਤੇ ਇਹ ਮਤਲਬ ਸਿੱਧੀ ਗੱਲ ਹੈ ਕਿ ਪੂਰਾ ਜਿਹੜਾ ਇਹ ਆਰਡੀਨੈਂਸ ਪਾਸ ਕੀਤਾ ਗਿਆ, ਇਹ ਸਾਰਾ ਪ੍ਰਾਈਵੇਟਾਈਜੇਸ਼ਨ ਦੇ ਵੱਲ ਇਸ਼ਾਰਾ ਕਰਦਾ, ਤੇ ਇਹ ਹੋ ਵੀ ਚੁੱਕੀ ਹੈ। ਤੇ ਹੁਣ ਅੱਗੇ ਦਾ ਤੁਹਾਨੂੰ ਦੱਸਣਾ ਸਿਨੈਰੀਓ ਕੀ ਹੋਣਾ ਹੈ, ਅੱਗੇ ਕੀ ਹੈ, ਹੁਣ ਅੰਦੋਲਨ ਚੱਲ ਰਿਹਾ, ਵੱਧ ਤੋਂ ਵੱਧ 10 ਦਿਨ ਚੱਲੂਗਾ। ਉਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਆ ਕੇ ਇਹਨਾਂ ਨੂੰ ਹਾਈਜੈਕ ਕਰ ਲੈਣਾ ਹੈ। ਉਸ ਤੋਂ ਬਾਅਦ ਉਹਨਾਂ ਨੇ ਅੰਦਰ ਖਾਤੇ ਬਹਿ ਕੇ ਮੀਟਿੰਗਾਂ ਹੋ ਜਾਣੀਆਂ ਨੇ, ਫਿਰ ਕਹਾਂਗੇ ਜੀ ਕੇਸ ਕਰਾਂਗੇ ਜੀ, ਸੁਪਰੀਮ ਕੋਰਟ 'ਚ ਲਾਅ ਕਰਾਂਗੇ। ਹੋਣਾ ਕੁਛ ਨਹੀਂ ਹੈ, ਕਿਉਂਕਿ ਹੁਣ ਵੇਖਿਆ ਜਾਵੇ ਤੇ ਜਿਸ ਦਿਨ ਕਿਸਾਨਾਂ ਨੇ ਸੰਘਰਸ਼ ਐਲਾਨ ਕੀਤਾ, ਉਸੇ ਦਿਨ ਸਿਆਸੀ ਪਾਰਟੀਆਂ ਨੇ ਆਪਣੇ ਸੰਘਰਸ਼ ਐਲਾਨ ਕੀਤੇ, ਤੇ ਕੁਝ ਮੂਰਖ ਲੋਕ, ਕੁਝ ਨਹੀਂ ਬਹੁਤ ਮੂਰਖ ਲੋਕ ਵੀ ਉਹਨਾਂ ਦੀ ਪਾਰਟੀ ਸ਼ਾਮਿਲ ਹੋਏ, ਉਸ ਸੰਘਰਸ਼ ਸ਼ਾਮਿਲ ਹੋਏ। ਅੱਜ ਵੀ ਜੇ ਗੱਲ ਕਰੀਏ ਤੇ 4 ਅਕਤੂਬਰ ਨੂੰ ਵੀ ਇੱਕ ਸੰਘਰਸ਼ ਐਲਾਨਿਆ ਗਿਆ, ਤੇ ਨਾਲ ਹੀ ਦੂਜੀ ਪਾਰਟੀ ਨੇ ਵੀ ਅਨਾਉਂਸ ਕਰ ਦਿੱਤਾ ਹੈ। ਸੋ ਹੌਲੀ ਹੌਲੀ ਆਪਣੀ ਚੌਧਰ ਕਰਕੇ ਇਸ ਸੰਘਰਸ਼ ਨੂੰ ਵੀ ਲੈ ਡੁੱਬਣਗੇ। ਸੋ ਵਾਪਸ ਚੱਲਦੇ ਹਾਂ ਜੀ ਬਰਾੜ ਸਾਹਿਬ, ਇਹਨਾਂ ਬਿੱਲਾਂ ਦੇ ਬਾਅਦ 'ਚ ਗੱਲ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਕਿਸਾਨ ਦੇ ਹੱਕ ਕੀ ਹੈ। ਬਹੁਤ ਸਾਰੇ ਰੌਲਾ ਪਾਇਆ ਜਾ ਰਿਹਾ, ਭਗਵੰਤ ਮਾਨ ਵੱਲੋਂ ਰੌਲਾ ਪਾਇਆ ਜਾ ਰਿਹਾ, ਬਹੁਤ ਸਾਰੇ ਹੋਰ ਲੀਡਰ ਰੌਲਾ ਪਾ ਰਹੇ ਨੇ ਕਿ ਕਿਸਾਨੀ ਜੇ ਇਸ ਬਿੱਲ ਦੇ ਖਿਲਾਫ ਕੰਮ ਕਰਨਾ ਤੇ ਉਹ ਆਪਣੇ ਗ੍ਰਾਮੀਣ ਲੈਵਲ 'ਤੇ, ਗ੍ਰਾਮ ਪੰਚਾਇਤ ਲੈਵਲ 'ਤੇ ਮਤੇ ਪਾਸ ਕਰ ਦੇਣ, ਤੇ ਅਸੀਂ ਇਸ ਲਾਅ ਨੂੰ ਮੰਨਦੇ ਨਹੀਂ ਗੇ। ਜਦ ਕਿ ਲਾਅ ਕਹਿੰਦਾ ਹੈ ਕਿ ਜਿਹੜੀ ਗ੍ਰਾਮ ਪੰਚਾਇਤ ਆ ਉਹ ਐਪਲੀਕੇਬਲ ਮਤਲਬ ਐਗਜ਼ੀਕਿਊਸ਼ਨ ਬਾਡੀ ਹੈ, ਉਹ ਸਰਕਾਰ ਨੂੰ ਹਦਾਇਤ ਨਹੀਂ ਦੇ ਸਕਦੀ, ਸਰਕਾਰ ਦੀਆਂ ਹਦਾਇਤਾਂ ਫੋਲੋ ਕਰ ਸਕਦੀ ਹੈ। ਮਤੇ ਪਾ ਕੇ ਪ੍ਰੈਸ਼ਰ ਬਣ ਸਕਦਾ ਹੈ, ਬਟ ਜੇ ਤੁਸੀਂ ਕਹੋ ਕਿ ਇੱਕ ਗ੍ਰਾਮ ਪੰਚਾਇਤ ਮਤਾ ਪਾ ਕੇ ਇਹ ਕਹਿ ਦੇਵੇ ਕਿ ਸੈਂਟਰ ਦਾ ਕੋਈ ਬਣਾਇਆ ਲਾਅ ਸਾਡੇ ਪਿੰਡ 'ਚ ਇੰਪਲੀਮੈਂਟ ਨਹੀਂ ਹੋਊਗਾ, ਤਾਂ ਇਹ ਗੱਲ ਝੂਠ ਹੈ। ਇਸ ਬਾਰੇ ਤੁਹਾਨੂੰ ਰਿਸਰਚ ਕਰਨ ਦੀ ਲੋੜ ਹੈ, ਇਸ ਬਾਰੇ ਜਿਹੜੀ ਆ ਖੋਜ ਕਰਨ ਦੀ ਲੋੜ ਹੈ। ਕਿਸਾਨਾਂ ਮਤੇ ਪਾ, ਗ੍ਰਾਮ ਪੰਚਾਇਤਾਂ ਮਤੇ ਪਾ ਕੇ ਸੈਂਟਰ ਤੱਕ ਆਪਣੀ ਗੱਲ ਪਹੁੰਚਾ ਸਕਦੀਆਂ ਨੇ, ਪਰ ਕੋਈ ਵੀ ਲਾਅ ਉਹਨੂੰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੀਆਂ। ਸੋ ਇਹ ਅੱਜ ਕੱਲ੍ਹ ਇੱਕ ਨਵਾਂ ਚੱਲ ਰਿਹਾ ਕਿ ਹਰ ਇੱਕ ਪੰਚਾਇਤ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਹ ਗੱਲ ਕਰੋ, ਪਰ ਉਹਨਾਂ ਨੂੰ ਮਤੇ ਪਾਉਣਾ ਚੰਗੀ ਗੱਲ ਹੈ, ਇੱਕ ਰੋਜ਼ ਪ੍ਰਦਰਸ਼ਨ ਆ। ਬਟ ਜੇ ਇਹ ਕਿਹਾ ਜਾਵੇ ਕਿ ਜੇ ਤੁਸੀਂ ਮਤਾ ਪਾਸ ਕਰ ਦਿੰਦੇ ਉਹਦੇ 'ਤੇ ਤੁਹਾਡੇ ਪਿੰਡ 'ਚ ਇਹ ਲਾਅ ਲਾਗੂ ਨਹੀਂ ਹੋਊਗਾ, ਕਿਤੇ ਨਾ ਕਿਤੇ ਇਹ ਵੀ ਗੁੰਮਰਾਹਕੁਨ ਆ, ਤੇ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਲੋਕਾਂ ਦੇ ਨਾਲ ਇਹ ਧੋਖਾ ਹੈ। ਗੱਲ ਔਲਖ ਸਾਹਿਬ ਅਗੇਨ ਅਵੇਅਰਨੈਸ 'ਤੇ ਆਉਂਦੀ ਹੈ। ਜਿਹੜੀ ਰਾਜਨੀਤੀ ਹੈ ਨਾ, ਉਹ ਕਈ ਵਾਰੀ ਜਿਹੜੀ ਲੈਕ ਆਫ ਅਵੇਅਰਨੈਸ ਹੈ, ਉਹ ਰਾਜਨੀਤਿਕ ਲੀਡਰਾਂ ਦੀ ਸਟਰੈਂਥ ਬਣ ਜਾਂਦੀ ਹੈ। ਕਿ ਜਿਵੇਂ ਕਹਿਤਾ, ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ 10,000 ਬੰਦਾ ਤੁਹਾਡੇ ਸਾਹਮਣੇ ਖੜਾ ਤੇ ਤੁਸੀਂ ਟਰਾਲੀ 'ਤੇ ਚੜ੍ਹ ਕੇ ਬੋਲ ਰਹੇ ਹੋ, ਉਹਨਾਂ ਨੇ ਨਾ ਜਾ ਕੇ ਪੜ੍ਹਨਾ
ਨਾ ਉਹਨਾਂ ਨੂੰ ਇਕਨੋਮਿਕਸ ਆਉਂਦੀ ਹੈ ਵਿਚਾਰਿਆਂ ਨੂੰ, ਨਾ ਉਹਨਾਂ ਨੂੰ ਪੋਲਿਸੀਜ਼ ਪਤਾ ਹੈ, ਨਾ ਉਹਨਾਂ ਨੂੰ ਉਹ ਸ਼ਬਦਾਵਲੀ ਪਤਾ ਲੱਗਦੀ ਹੈ, ਨਾ ਉਹਨਾਂ ਨੂੰ ਉਹਦਾ ਇੰਪੈਕਟ ਪਤਾ ਹੈ, ਨਾ ਉਹਨਾਂ ਨੂੰ ਇਹ ਪਤਾ ਵੀ ਸੋਸ਼ਲਿਜ਼ਮ ਕੀ ਹੁੰਦਾ, ਕੈਪੀਟਲਿਸਟ ਕੀ ਹੁੰਦੇ ਆ, ਅਤੇ ਇਹ ਗਾਂਹ ਕਹਾਣੀ ਕਿੱਧਰ ਨੂੰ ਜਾਣੀ ਹੈ, ਵੀ ਸਾਡਾ ਜਿਹੜਾ ਕੰਟਰੋਲ ਹੈ ਮੰਡੀਆਂ ਦਾ ਕਿਹਦੇ ਹੱਥ ਜਾਊਗਾ ਅਤੇ ਕਿਵੇਂ ਜਾਊਗਾ। ਉਹਨਾਂ ਨੂੰ ਜਿਵੇਂ ਦੱਸਤਾ ਉਹ ਉਵੇਂ ਕਰੀ ਜਾਂਦੇ ਆ। ਲੈਕ ਆਫ ਅਵੇਅਰਨੈਸ ਹੈ, ਲੈਕ ਆਫ ਐਜੂਕੇਸ਼ਨ ਹੈ। ਜਿਵੇਂ ਜਿਵੇਂ ਮੁਲਕਾਂ ਦੀ ਪਾਪੂਲੇਸ਼ਨ ਐਜੂਕੇਟਡ ਹੁੰਦੀ ਜਾਂਦੀ ਹੈ, ਇਟਸ ਆਲ ਅਬਾਊਟ ਐਜੂਕੇਸ਼ਨ, ਤਾਂ ਉਵੇਂ ਉਵੇਂ ਜਿਹੜਾ ਸਰਕਾਰਾਂ 'ਤੇ ਉਹਨਾਂ ਦਾ ਕੰਟਰੋਲ, ਵੋਟਿੰਗ ਸਿਸਟਮ 'ਤੇ, ਇਲੈਕਸ਼ਨ 'ਤੇ ਉਹਨਾਂ ਦਾ ਕੰਟਰੋਲ ਵੱਧਦਾ ਜਾਂਦਾ ਹੈ। ਸੋ ਇਹਦਾ ਇੰਪੈਕਟ ਇਹ ਜ਼ਰੂਰ ਹੋ ਰਿਹਾ ਹੈ ਕਿ ਭਾਵੇਂ ਇਹ ਐਗਰੀਕਲਚਰ ਦੇ ਵਿੱਚ ਮਤਲਬ ਕੋਈ ਰਿਫੋਰਮਸ ਆਏ ਨੇ, ਭਾਵੇਂ ਕਿਸੇ ਹੋਰ ਪਾਸੇ ਆਏ ਨੇ, ਪਰ ਲੋਕ ਇੱਕ ਵਾਰੀ ਇਕੱਠੇ ਜ਼ਰੂਰ ਹੋ ਗਏ ਇੱਕੋ ਝੰਡੇ ਥੱਲੇ। ਹੁਣ ਬਹੁਤ ਸਾਰੇ ਸਿੰਗਰ ਜਿਹੜੇ ਸੀਗੇ ਉਹ ਵੀ ਇਸ ਵਾਰ ਸੰਘਰਸ਼ ਸ਼ਾਮਿਲ ਹੋਏ ਨੇ ਜੀ। ਬਹੁਤ ਸਾਰੇ ਨਾਮਵਰ ਸਿੰਗਰ ਜਿਹੜੇ ਆ ਉਹ ਪਹੁੰਚੇ ਨੇ, ਹਰਭਜਨ ਮਾਨ ਹੈ, ਰਣਜੀਤ ਬਾਵਾ ਜੀ, ਜਸ ਬਾਜਵਾ, ਬਹੁਤ ਸਾਰੇ ਨਾਮ ਕੀ ਲੈਣਾ ਕਿ ਬਹੁਤ ਸਾਰੇ ਸਿੰਗਰ ਜਿਹੜੇ ਆ ਇਹਨਾਂ ਨੇ ਇਸ ਸੰਘਰਸ਼ ਨੂੰ ਸਪੋਰਟ ਕੀਤਾ ਹੈ। ਹਾਂਜੀ, ਇਸ ਵਾਰੀ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਸਿੰਗਰ ਜਿਹੜੇ ਆ ਉਹ ਕਿਸੇ ਸੰਘਰਸ਼ ਨਾਲ ਜੁੜੇ ਨੇ। ਹੁਣ ਦੇਖੋ ਉਹਦੇ ਵਿੱਚ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਹੈ ਕਿ ਹਰ ਬੰਦੇ ਦੀ ਇੰਟੈਂਸ਼ਨ ਕੀ ਹੈ, ਕਿਉਂਕਿ ਜਦੋਂ ਵੀ ਕੋਈ ਐਜੀਟੇਸ਼ਨ ਹੁੰਦਾ ਹੈ, ਕੋਈ ਮੂਵਮੈਂਟ ਚੱਲਦੀ ਹੈ, ਤਾਂ ਉਹਦੇ ਵਿੱਚ ਕਈ ਵਾਰੀ ਪਰਪਜ਼ਲੀ ਕੁਛ ਬੰਦੇ ਐਂਟਰ ਕਰਵਾਏ ਜਾਂਦੇ ਆ ਜਿਨ੍ਹਾਂ ਦਾ ਕੰਟਰੋਲ ਬੈਕ ਐਂਡ 'ਤੇ ਕਿਸੇ ਹੋਰ ਕੋਲੇ ਹੁੰਦਾ, ਜਾਂ ਉਹਦੇ ਨਾਲ ਕੋਈ ਕਮਿਟਮੈਂਟਸ ਹੁੰਦੀਆਂ ਕਿ ਤੁਸੀਂ ਇਸ ਮੂਵਮੈਂਟ ਨੂੰ ਆਹ ਸ਼ੇਪ ਦੇ ਦਿਓ ਅਤੇ ਇਨ ਲਿਊ ਆਫ ਦੈਟ ਤੁਹਾਨੂੰ ਜਾਂ ਪੈਸੇ ਜਾਂ ਕੋਈ ਸੀਟ ਜਾਂ ਕੋਈ ਚੇਅਰਮੈਨੀ ਜਾਂ ਕੋਈ ਟਿਕਟ ਦਿੱਤੀ ਜਾਊਗੀ। ਸੋ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਪਹਿਲੀ ਤਾਂ ਗੱਲ। ਦੂਸਰੀ ਗੱਲ, ਲੋਕਾਂ ਨੂੰ ਜਦੋਂ ਲੋਕ ਇਸ ਪਾਸੇ ਨੂੰ ਤੁਰ ਹੀ ਪਏ ਆ ਤਾਂ ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਉਹ ਕਿਉਂ ਤੁਰੇ ਹੈ, ਉਹਨਾਂ ਦਾ ਸਟੈਂਡ ਕੀ ਹੈ, ਉਹਨਾਂ ਦੀ ਸਮਝ ਉਹਦੇ ਪ੍ਰਤੀ ਕੀ ਹੈ। NRIs ਨੇ ਜਿਹੜੇ ਇੱਥੇ ਬੈਠੇ ਬੋਲ ਰਹੇ ਆ ਜਾਂ ਕੁਛ ਕਰ ਰਹੇ ਆ, ਉਹਨਾਂ ਦਾ ਸਿਨੈਰੀਓ ਕੀ ਹੋਣਾ ਚਾਹੀਦਾ, ਅਤੇ ਉਹ ਵੀ ਆਪਾਂ ਡਿਸਕਸ ਕਰ ਸਕਦੇ। ਗੱਲਬਾਤ ਬਰਾੜ ਸਾਹਿਬ ਇਸ ਬਾਰੇ ਅਗਲੇ ਸੈਗਮੈਂਟ 'ਚ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆ ਗੱਲ ਕਰਾਂਗੇ ਕਿ NRI ਜਾਂ ਜਿਹੜੇ ਇੰਡੀਆ ਤੋਂ ਬਾਹਰ ਬੈਠੇ ਨੇ ਉਹ ਕਿਵੇਂ ਇਸ ਸੰਘਰਸ਼ ਨੂੰ ਸਪੋਰਟ ਕਰ ਸਕਦੇ ਆ। ਤੁਸੀਂ ਸੁਣ ਰਹੇ ਹੋ ਰੰਗ ਰੋਸ਼ਨੀ ਤੇ ਮੁਹੱਬਤ ਦੇ ਪੈਗਾਮ ਵੰਡਦਾ ਰੇਡੀਓ ਆਵਾਜ਼ 96.9 FM। FM ਦੇ ਨਾਲ ਜੁੜੇ ਹੋਏ ਹੋ। ਗੱਲਬਾਤ ਚੱਲ ਰਹੀ ਹੈ ਪੰਜਾਬ ਦੇ ਵਿੱਚ ਪਾਸ ਹੋਏ ਨਵੇਂ 3 ਜਿਹੜੇ ਲਾਅ ਨੇ ਉਹਨਾਂ ਬਾਰੇ ਗੱਲਬਾਤ ਕਰ ਰਹੇ ਹਾਂ ਦਿਲਜੀਤ ਬਰਾੜ ਸਾਹਿਬ ਦੇ ਨਾਲ। ਬਰਾੜ ਸਾਹਿਬ ਦੇਖੋ, ਹਰ ਇੱਕ ਇਨਸਾਨ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਅਤੇ ਇਹੋ ਜਿਹੇ ਦੇਸ਼ ਵਿੱਚ ਜਿਵੇਂ ਕੈਨੇਡਾ, ਅਮਰੀਕਾ ਵਿੱਚ ਬੈਠੇ ਹਾਂ ਜਿੱਥੇ ਤੇ ਬਹੁਤ ਜ਼ਿਆਦਾ ਆਜ਼ਾਦੀ ਹੈ ਪ੍ਰੈਸ ਦੀ। ਜਿਵੇਂ ਕੱਲ੍ਹ ਮੈਂ ਡਿਬੇਟ ਦੇਖਦਾ ਸੀ, ਡਿਬੇਟ ਦੇ ਵਿੱਚ ਟਰੰਪ ਚੁੱਪ ਨਹੀਂ ਸੀ ਕਰ ਰਹੇ, ਟਰੰਪ ਜੀ ਬੋਲੀ ਜਾ ਰਹੇ ਸੀ, ਅਤੇ ਉਹਦੇ ਵਿੱਚ ਇੱਕ ਪੱਤਰਕਾਰ ਦੀ ਇੰਨੀ ਹਿੰਮਤ ਸੀ ਕਿ ਉਹ ਕਹਿੰਦਾ ਸੀ ਕਿ ਵਿਲ ਯੂ ਸ਼ਟ ਅਪ ਮਿਸਟਰ ਪ੍ਰੈਜ਼ੀਡੈਂਟ। ਸੋ ਦੈਟ ਇਜ਼ ਦਾ ਪਾਵਰ ਆਫ ਪ੍ਰੈਸ। ਅਤੇ ਇੱਥੇ ਮੋਦੀ ਜੀ ਨੂੰ ਪੁੱਛਿਆ ਜਾਂਦਾ, ਮੋਦੀ ਜੀ ਖਾ ਕੇ ਕੀ ਆਏ ਹੋ, ਅਤੇ ਜਾ ਕੇ ਹੀ ਖਾਣਾ ਹੈ। ਸੋ ਇਹ ਪਾਵਰ ਹੈ ਕਿ ਤੁਸੀਂ ਆਪਣੀ ਜਿਹੜੀ ਬੋਲ ਆ, ਆਪਣੀ ਸ਼ਬਦ ਆ, ਆਪਣੀ ਵਿਚਾਰਧਾਰਾ ਉਹਨੂੰ ਪ੍ਰਗਟ ਕਰ ਸਕਦੇ ਹੋ। ਇਸੇ ਦੇ ਚੱਲਦਿਆਂ ਸਕਾਰਪੁਰ ਦੇ ਵਿੱਚ ਮੈਂ ਇੱਕ ਵੀਡੀਓ ਦੇਖਦਾ ਸੀ ਕਿ ਕੁਝ ਨੌਜਵਾਨ ਮੁੰਡੇ ਪੰਜਾਬ ਸਰਕਾਰ ਜਾਂ ਹਿੰਦੁਸਤਾਨ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਸੀਗੇ, ਪੀਸਫੁਲ ਪੋਸਟਰ ਫੜੇ ਸੀ, ਕਿਸੇ ਨੂੰ ਕੁਝ ਕਹਿ ਨਹੀਂ ਸੀ ਰਹੇ ਕਿ ਇਹ ਚੀਜ਼ ਜਿਹੜੇ ਬਿੱਲ ਪਾਸ ਹੋਇਆ ਇਹ ਕਿਸਾਨੀ ਦੇ ਖਿਲਾਫ ਜਾਂਦੇ ਆ। ਓਬਵੀਅਸਲੀ ਇਹ ਉੱਥੋਂ ਆਏ ਆ ਅਤੇ ਮਾਂ ਪਿਓ ਕਿਸਾਨ ਹੀ ਹੋਣਗੇ। ਉਹਨਾਂ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਿਹਾ ਗਿਆ ਕੁਝ ਮੋਦੀ ਭਗਤਾਂ ਵੱਲੋਂ। ਇਹ ਕੈਨੇਡਾ ਦੀ ਸਟੋਰੀ ਹੈ ਕਿ ਦੱਸ ਤੁਸੀਂ ਜੇ ਆਪਣਾ ਵਿਚਾਰ ਰੱਖ ਸਕਦੇ ਹੋ, ਉਹਨਾਂ ਕੋਲ ਵੀ ਆਜ਼ਾਦੀ ਹੈ, ਆਪਣੇ ਵਿਚਾਰ ਜਿਹੜੇ ਆ ਉਹ ਰੱਖ ਸਕਦੇ ਹੋ। ਉਹ ਪੰਜਾਬ ਨੂੰ ਬਿਲੋਂਗ ਕਰਦੇ ਆ, ਪੰਜਾਬ 'ਚ ਜੜ੍ਹਾਂ ਨੇ, ਅਤੇ ਜੇ ਉਹ ਰੋਜ਼ ਪ੍ਰਗਟ ਕਰ ਰਹੇ ਆ ਅਤੇ ਇਹਦੇ ਵਿੱਚ ਉਹਨਾਂ ਨੂੰ ਕੀ ਤਕਲੀਫ ਹੈ? ਦੇਖੋ, ਫਰੀਡਮ ਆਫ ਸਪੀਚ ਹੈ ਜਿਹੜਾ ਉਹ ਹੈਗਾ ਵੀ ਹੈ, ਉਹ ਹੋਣਾ ਚਾਹੀਦਾ ਵੀ ਹੈ ਨਾ। ਜੇ ਮੰਨ ਲਓ ਆਪਾਂ ਕੋਈ ਕਿਸੇ ਮੁੱਦੇ 'ਤੇ ਡਿਸਕਸ਼ਨ ਕਰੀ ਜਾ ਰਹੇ ਹਾਂ, ਤੁਹਾਡਾ ਅਤੇ ਮੇਰਾ ਓਪੀਨੀਅਨ ਇੱਕ ਦੂਸਰੇ ਨਾਲ ਨਹੀਂ ਰਲਦਾ, ਤਾਂ ਇਹ ਵੀ ਹੋ ਸਕਦਾ ਕਿ ਆਪਾਂ ਬੈਸਟ ਫਰੈਂਡ ਹੋਈਏ ਇੱਕ ਦੂਸਰੇ ਦੇ। ਇਹ ਵੀ ਹੋ ਸਕਦਾ ਆਪਾਂ ਇੱਕ ਦੂਸਰੇ ਨੂੰ ਵੇਖ ਹੀ ਨਾ ਸਕਦੇ ਹੋਈਏ, ਨਫ਼ਰਤ ਕਰਦੇ ਹੋਈਏ, ਪਰ ਸਾਡਾ ਨੈਚੁਰਲੀ ਡਿਫਰੈਂਸ ਆਫ ਓਪੀਨੀਅਨ ਹੈਗਾ। ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਗਲਮੇ 'ਚ ਹੱਥ ਪਾ ਲਈਏ ਕਿਸੇ ਦੇ, ਹੈ ਨਾ, ਜਾਂ ਕਿਸੇ ਬੰਦੇ ਦੇ ਕੁਛ ਚੱਕ ਕੇ ਮਾਰੀਏ, ਜਾਂ ਜਿਹੜੀ ਤੁਹਾਡੀ ਸ਼ਬਦਾਵਲੀ ਹੈ ਉਹ ਨੀਵੇਂ ਪੱਧਰ ਦੀ ਹੋ ਜੇ ਜਾਂ ਗਾਲੀ ਗਲੋਚ 'ਤੇ ਆ ਜੇ। ਮੈਨੂੰ ਲੱਗਦਾ ਵੀ ਲੌਜਿਕ ਦੇ ਨਾਲ ਜੇ ਤੁਸੀਂ ਗੱਲ ਕਰਦੇ ਆ, ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਬਿੱਲ ਨੂੰ ਤੁਸੀਂ ਸਮਰਥਨ ਕਰਦੇ ਹੋ, ਉਹਦੇ 'ਚ ਕੋਈ ਮਾੜੀ ਗੱਲ ਨਹੀਂ, ਪਰ ਇੱਕ ਪੱਧਰ ਤੋਂ ਉੱਤਰ ਕੇ ਕੋਈ ਵੀ ਇੰਟਰੈਕਸ਼ਨ ਕਿਸੇ ਬੰਦੇ ਨਾਲ ਕਰਨੀ, ਤਾਂ ਮੇਰਾ ਖਿਆਲ ਉਹ ਬਦਕਲਾਮੀ ਕਰਨੀ, ਉਹ ਨਹੀਂ ਐਨਕਰੇਜ ਕਰਨੀ ਚਾਹੀਦੀ, ਉਹਨੂੰ ਕੰਡੈਮ ਕਰਨਾ ਚਾਹੀਦਾ। ਬਟ ਐਜ਼ ਐਨ NRI ਜਿਹੜੇ ਲੋਕ ਇੱਥੇ ਬਾਹਰ ਬੈਠੇ ਨੇ ਅਤੇ ਕਿਸਾਨੀਆਂ ਦਾ ਦਰਦ ਰੱਖਦੇ ਨੇ, ਇਹ ਸਾਡਾ ਇੱਕ ਪੀੜ ਹੈ, ਸਭ ਨੂੰ ਦਰਦ ਹੈ ਇਸ ਚੀਜ਼ ਦਾ, ਅਤੇ ਉਹ ਕਿਵੇਂ ਇੱਥੇ ਆਪਣਾ ਰੋਸ ਜ਼ਾਹਰ ਕਰ ਸਕਦੇ? ਫੇਸਬੁੱਕ 'ਤੇ ਕਰ ਹੀ ਰਹੇ ਕੋਈ ਮਤਲਬ
ਇਹਦਾ ਇੰਪੈਕਟ ਕਿੰਨਾ ਕੁ ਪੈਂਦਾ? ਮੰਨ ਲਓ ਤੁਸੀਂ ਐਜ਼ MLA ਹੋ, ਤੁਸੀਂ ਕੋਈ ਬਿਆਨ ਦਿੰਦੇ ਹੋ, ਪ੍ਰੈਸ 'ਚ ਬਿਆਨ ਜਾਂਦਾ ਹੈ, ਅੱਜ ਕੱਲ੍ਹ ਰਾਤੋਂ ਰਾਤ ਬਿਆਨ ਫੇਮਸ ਹੋ ਜਾਂਦੇ ਆ, ਵਾਇਰਲ ਹੋ ਜਾਂਦਾ, ਅਤੇ ਇਹਦਾ ਕਿੰਨਾ ਕੁ ਪ੍ਰਭਾਵ ਉਹ ਸਰਕਾਰ 'ਤੇ ਪਊਗਾ ਜੇ ਸਾਡੀ ਇੱਧਰ ਦੀ ਕੋਈ ਪਾਰਲੀਮੈਂਟ ਦਾ ਬੰਦਾ ਇਸ ਬਿੱਲ ਦੇ ਖਿਲਾਫ ਕੋਈ ਗੱਲ ਕਰਦਾ? ਜਦੋਂ ਤੁਸੀਂ ਬੋਲਦੇ ਹੋ ਨਾ, ਸੋਸ਼ਲ ਮੀਡੀਆ 'ਤੇ ਬੋਲਦੇ ਹੋ, ਤੁਸੀਂ ਪਬਲਿਕਲੀ ਕਿਤੇ ਜਾ ਕੇ ਬੋਲਦੇ ਹੋ, ਉਹਦਾ ਇੰਪੈਕਟ, ਸਭ ਤੋਂ ਵੱਡਾ ਇੰਪੈਕਟ ਤਾਂ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਦਾ ਓਪੀਨੀਅਨ ਚੇਂਜ ਕਰ ਰਹੇ ਹੋ, ਐਜੂਕੇਟ ਕਰ ਰਹੇ ਹੋ ਲੋਕਾਂ ਨੂੰ। ਇਹਦਾ ਮਤਲਬ ਇਹ ਨਹੀਂ ਗਾ ਕਿ ਮੰਨ ਲਓ ਇੱਥੇ ਸਾਡੀ ਵਿਧਾਨ ਸਭਾ 'ਚ ਬਹਿ ਕੇ ਜਾਂ ਅੰਟੇਰੀਓ ਤੋਂ ਕੋਈ ਬੰਦਾ ਜਾਂ ਅਮਰੀਕਾ ਤੋਂ ਜਾਂ ਆਸਟ੍ਰੇਲੀਆ ਤੋਂ ਕੁਛ ਪੰਜਾਬੀ ਔਰਗੇਨਾਈਜੇਸ਼ਨਸ ਇਕੱਠੀਆਂ ਹੋ ਕੇ ਕੋਈ ਮਤਾ ਪਾਸ ਕਰ ਦੇਣ ਤਾਂ ਉਹਦੇ ਨਾਲ ਬਿੱਲ ਚੇਂਜ ਹੋ ਜਾਣਗੇ। ਇਹ ਨਹੀਂ ਹੋਣਾ, ਪਰ ਉਹਦੇ ਨਾਲ ਇਹ ਜ਼ਰੂਰ ਹੋਣਾ ਹੈ ਕਿ ਲੋਕਾਂ ਦੀ ਆਵਾਜ਼ ਕੀ ਹੈ, ਮੈਜੋਰਿਟੀ ਕੀ ਸੋਚ ਰਹੀ ਹੈ, ਅਤੇ ਜਿਹੜੇ ਬਿੱਲ ਆਏ ਨੇ ਉਹਨਾਂ ਦੇ ਵਿੱਚ ਨੈਗੇਟਿਵ ਚੀਜ਼ਾਂ ਕੀ ਨੇ, ਅਤੇ ਉਹਨਾਂ ਜਿਹੜੀਆਂ ਉਹ ਪੇਨਸ ਨੇ, ਉਹ ਦਰਦ ਹੈ, ਉਹ ਕਿੱਥੋਂ ਤੱਕ ਮਹਿਸੂਸ ਕੀਤਾ ਜਾ ਰਿਹਾ। ਉਹਦੇ ਨਾਲ ਇੱਕ ਲੋਕ ਲਹਿਰ ਬਣਦੀ ਹੈ। ਜਦੋਂ ਲੋਕ ਲਹਿਰ ਬਣਦੀ ਹੈ ਤਾਂ ਜਿਹੜੇ ਲੀਡਰ ਨੇ, ਜਿਹੜੇ ਅੱਜ ਤੋਂ ਮੰਨ ਲਓ 4 ਮਹੀਨੇ ਪਹਿਲਾਂ ਬਿੱਲ ਦੇ ਹੱਕ 'ਚ ਸੀ ਅਤੇ ਹੁਣ ਉਹ ਦੂਜੇ ਪਾਸੇ ਨੂੰ ਹੋ ਗਿਆ, ਇਹਦਾ ਮਤਲਬ ਉਹਨਾਂ ਨੂੰ ਆਪਦਾ ਫਿਊਚਰ ਖਤਰੇ 'ਚ ਦਿਸਦਾ, ਤਾਂ ਲੋਕਾਂ ਦੀ ਜਿਹੜੀ ਯੂਨਿਟੀ ਹੈ, ਲੋਕਾਂ ਦਾ ਇੱਕ ਹੈ, ਉਹਦੇ ਤੋਂ ਡਰ ਲੱਗਦਾ। ਸੋ ਮੈਨੂੰ ਇਹ ਲੱਗਦਾ ਵੀ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ, ਵਰਚੁਅਲੀ ਪਾਰਟੀਸਪੇਟ ਕਰੋ, ਜਾਂ ਜਿਹੜੇ ਉੱਥੇ ਜਾ ਸਕਦੇ ਆ ਜਾ ਕੇ ਪਾਰਟੀਸਪੇਟ ਕਰਨ, ਉਹਦਾ ਇੰਪੈਕਟ ਤਾਂ ਜ਼ਰੂਰ ਪੈਂਦਾ ਜੀ। ਬਰਾੜ ਸਾਹਿਬ, ਕੋਈ ਹੋਰ ਗੱਲਬਾਤ ਇਸ ਮੁੱਦੇ ਬਾਰੇ? ਫਿਰ ਆਪਾਂ ਵਾਪਸ ਵਿਨੀਪੈਗ ਦੀ ਹਾਲਾਤ ਜੋ ਇਸ ਟਾਈਮ ਦੇ ਨੇ ਉਹਦੇ 'ਤੇ ਚਰਚਾ ਕਰਨੀ ਹੈ। ਜੇ ਤੁਹਾਡੇ ਕੋਈ ਕਲੋਜ਼ਿੰਗ ਰਿਮਾਰਕਸ ਹੈਗੇ ਤਾਂ ਆਪਾਂ ਸ਼ੇਅਰ ਕਰਾਂਗੇ। ਕਲੋਜ਼ਿੰਗ ਰਿਮਾਰਕਸ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ NRI ਵੀਰ ਜਿਹੜੇ ਸਾਡੇ ਹੈਗੇ ਆ ਹੈ ਨਾ, ਵੀਰ ਭੈਣਾਂ, ਜਿੰਨੇ ਵੀ ਲੋਕ ਮਤਲਬ ਇੱਥੋਂ ਬੈਠੇ ਸਮਰਥਨ ਕਰ ਰਹੇ ਆ, ਉਹਨਾਂ ਨੂੰ ਇੱਕ ਫੈਸ਼ਨ ਦੇ ਤੌਰ 'ਤੇ ਨਾ ਲੈਣ ਵੀ ਯਾਰ ਸਾਡਾ ਫਰਜ਼ ਬਣਦਾ ਮੈਂ ਤਾਂ ਫੋਟੋ ਲਾਤੀ ਸੀ, ਹੈ ਨਾ। ਜਾਂ ਤੁਸੀਂ ਕਹੋ ਯਾਰ ਵੀ ਨਹੀਂ, ਜਿਹੜੀ ਇਹ ਪਾਲਿਸੀ ਹੈ ਇਹ ਅਥੋਰੀਟੇਟਿਵ ਪਾਲਿਸੀ ਹੈ, ਕੈਪੀਟਲਿਸਟ ਪਾਲਿਸੀ ਹੈ, ਜਿਹਦੇ ਵਿੱਚ ਸਾਡੇ 80-85-90% ਜ਼ਿਮੀਂਦਾਰ, ਖੇਤੀ ਮਜ਼ਦੂਰ, ਛੋਟੇ ਬਿਜ਼ਨਸਮੈਨ ਉਹ ਪਿਸ ਰਹੇ ਨੇ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਜੀ। ਤਾਂ ਜੇ ਤੁਸੀਂ ਸੋਸ਼ਲਿਸਟ ਹੈਗੇ ਹੋ, ਤੁਸੀਂ ਆਮ ਜਨਤਾ ਦੇ ਨਾਲ ਖੜ੍ਹੇ ਹੋ, ਤਾਂ ਫਿਰ ਇਹਦਾ ਮਤਲਬ ਇਹ ਨਹੀਂ ਵੀ ਇੱਥੇ ਜਦੋਂ ਫੋਟੋ ਖਿਚਾਉਣੀ ਹੈ ਵੀ ਇੱਥੇ ਤੁਸੀਂ ਕੈਪੀਟਲਿਸਟ ਨਾਲ ਫੋਟੋ ਖਿਚਾਈ ਜਾਓ ਅਤੇ ਉੱਥੇ ਤੁਸੀਂ ਸੋਸ਼ਲਿਸਟ ਨਾਲ ਖਿਚਾਈ ਜਾਓ। ਇੱਕ ਪਾਸੇ ਤੁਸੀਂ ਭਗਤ ਸਿੰਘ ਦਾ ਜਨਮ ਦਿਨ ਮਨਾਈ ਜਾਓ, ਦੂਜੇ ਪਾਸੇ ਤੁਸੀਂ ਜਿਹੜੇ ਧਨਾੜ ਹੈ ਅਤੇ ਤੁਸੀਂ ਉਹਨਾਂ ਦੇ ਨਾਲ ਬਹਿ ਕੇ ਡਿਨਰ ਕਰੀ ਜਾਓ ਅਤੇ ਵਾਈਨ ਪੀ ਜਾਓ। ਸੋ ਤੁਹਾਨੂੰ ਆਪਣਾ ਇਹ ਜਿਹੜਾ ਸਟੈਂਡ ਵੀ ਸਪਸ਼ਟ ਕਰਨਾ ਚਾਹੀਦਾ ਕਿ ਜਿਹੜੀ ਲੋਕ ਲਹਿਰ ਹੈ ਤੁਸੀਂ ਉਹਦੇ ਨਾਲ ਵਾਕਈ ਨਾਲ ਹੈਗੇ ਹੋ, ਜਾਂ ਤੁਹਾਡਾ ਸਿਰਫ ਫੈਸ਼ਨ ਹੈ ਵੀ ਕੋਈ ਨਾ ਵੀ ਗੰਗਾ ਗਏ ਗੰਗਾ ਰਾਮ ਅਤੇ ਜਮਨਾ ਗਏ ਜਮਨਾ ਰਾਮ, ਉਹ ਨਾ ਕਰੀਏ, ਹੈ ਨਾ ਜੀ। ਅਤੇ ਸੋ ਇਸ ਲਈ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਐਂਡ ਸਟੈਂਡ ਸਟਰੋਂਗ ਵਿਦ ਹੂ ਸੋ ਐਵਰ ਯੂ ਵਾਂਟ ਟੂ ਸਟੈਂਡ ਵਿਦ ਲੌਜਿਕ। ਤੁਸੀਂ ਉਸ ਚੀਜ਼ ਨੂੰ ਪੜ੍ਹੋ ਅਤੇ ਜਿਹੜੀ ਗੱਲ ਤੁਸੀਂ ਕਹਿੰਦੇ ਉਹਨੂੰ ਡਿਫੈਂਡ ਕਰਨ ਜੋਗੇ ਹੋ ਕਿ ਇਹ ਕਿਉਂ ਖੜਾ ਮੈਂ ਇੱਥੇ, ਅਤੇ ਕੰਸਿਸਟੈਂਟ ਹੋਣਾ ਚਾਹੀਦਾ। ਜੇ ਅੱਜ ਖੜ੍ਹੇ ਹੋ ਤੁਸੀਂ ਉਸ ਮੁਲਕ 'ਚ ਖੜ੍ਹੇ ਹੋ ਤਾਂ ਫਿਰ ਇਸ ਮੁਲਕ 'ਚ ਵੀ ਤੁਸੀਂ ਸੋਸ਼ਲਿਸਟ ਹੋ, ਅਤੇ ਜੇ ਤੁਸੀਂ ਭਗਤ ਸਿੰਘ ਦੀ ਸੋਚ ਦੇ ਹਾਮੀ ਭਰਦੇ ਹੋ, ਇੰਡੀਆ 'ਚ ਵੀ ਭਰਦੇ ਹੋ, ਤਾਂ ਫਿਰ ਕੈਨੇਡਾ 'ਚ ਵੀ ਭਰੋ। ਇਹ ਨਹੀਂ ਗਾ ਵੀ ਉੱਥੇ ਅਸੀਂ ਇੱਧਰ ਹੋ ਗਏ ਅਤੇ ਇੱਥੇ ਇੱਧਰ ਹੋ ਗਏ, ਆਪਣੇ ਆਪ ਨੂੰ ਸਪਸ਼ਟ ਕਰਨਾ ਚਾਹੀਦਾ ਜੀ। ਸੋ ਇਹ ਸੀ ਸਾਡੀ ਗੱਲਬਾਤ ਪੰਜਾਬ ਦੇ ਬਿੱਲਸ ਬਾਰੇ। ਮੇਰੇ ਖਿਆਲ ਨਾਲ ਬਹੁਤ ਵਿਸਤਾਰ ਨਾਲ ਅਤੇ ਬਹੁਤ ਡਿਟੇਲਡ ਇੰਪਲੀਕੇਸ਼ਨਸ ਅਤੇ ਉਹਦੇ ਲੁਕਵੇਂ ਤੱਥ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਤੁਹਾਨੂੰ ਕੋਈ ਵੀ ਹੋਰ ਵਿਚਾਰ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਜਾਂ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਤਾਂ ਨੰਬਰ 204-404-2444 ਪ੍ਰੋਗਰਾਮ 'ਚ ਵੇਲਾ ਹੋ ਰਿਹਾ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਗੱਲਬਾਤ ਕਰਾਂਗੇ ਵਿਨੀਪੈਗ ਦੇ ਵਿੱਚ ਚੱਲ ਰਹੇ ਤਾਜ਼ਾ ਹਾਲਾਤਾਂ ਬਾਰੇ। ਤੁਸੀਂ ਸੁਣ ਰਹੇ ਹੋ ਰੰਗ ਰੋਸ਼ਨੀ ਤੇ ਮੁਹੱਬਤ ਦੇ ਪੈਗਾਮ ਵੰਡਦਾ ਰੇਡੀਓ ਆਵਾਜ਼ 96.9 FM। FM ਦੇ ਉੱਪਰ ਗੱਲਬਾਤ ਚੱਲ ਰਹੀ ਸੀ ਪੰਜਾਬ ਬਾਰੇ। ਸੋ ਹੁਣ ਵਾਪਸ ਆਪਾਂ ਆ ਗਏ ਦੀ ਕੈਨੇਡਾ, ਵਿਨੀਪੈਗ ਦੀ ਗੱਲਬਾਤ ਕਰਾਂਗੇ। ਬਰਾੜ ਸਾਹਿਬ, ਕਰੋਨਾ ਕਾਫੀ ਫੈਲਿਆ ਹੋਇਆ, ਹੁਣ ਤਾਂ ਆਪਾਂ ਔਰੇਂਜ ਜ਼ੋਨ 'ਚ ਆ ਗਏ। ਜਿਵੇਂ ਆਪਾਂ ਹੁਣ ਤੋਂ ਕੋਈ 4-5 ਪ੍ਰੋਗਰਾਮਸ ਪਹਿਲਾਂ ਗੱਲ ਕੀਤੀ ਸੀ ਕਿ ਜੇ ਹਾਲਾਤ ਵਿਗੜੇ ਤਾਂ ਅਸੀਂ ਮੁੜ ਕੇ ਲਾਕਡਾਊਨ ਵੱਲ ਨੂੰ ਜਾ ਸਕਦੇ ਹਾਂ। ਸੋ ਗੱਲ ਉਹੀ ਹੋਈ ਸੀ, ਅਤੇ ਹੁਣ ਆਪਾਂ ਦੁਬਾਰਾ ਲਾਕਡਾਊਨ ਵਾਲੇ ਪਾਸੇ ਪਹੁੰਚ ਚੁੱਕੇ ਹਾਂ। 10 ਦੀ ਗੈਦਰਿੰਗ ਹੋ ਚੁੱਕੀ ਹੈ, ਮਾਸਕ ਪਾਉਣਾ ਹਰ ਜਗ੍ਹਾ ਮੈਂਡੇਟਰੀ ਹੈ, ਹੋਰ ਵੀ ਬਹੁਤ ਸਾਰੀਆਂ ਐਪਲੀਕੇਸ਼ਨਸ ਆਈਆਂ ਨੇ। ਸੋ ਬਰਾੜ ਸਾਹਿਬ, ਅੱਗੇ ਕੀ ਹੋ ਸਕਦਾ ਹੈ ਜੇ ਮੰਨ ਲਓ ਹਾਲਾਤ ਹਾਲੇ ਵੀ ਸੁਧਰ ਨਹੀਂ ਰਹੇ? ਮਤਲਬ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿ ਔਰੇਂਜ ਜ਼ੋਨ ਆਉਣ ਤੋਂ ਬਾਅਦ ਆਪਣੇ ਹਾਲਾਤ ਜਿਹੜੇ ਆ ਉਹ ਕੁਛ ਸਤਾਈ ਹੋਏ ਨੇ, ਪਰ ਨਹੀਂ, ਕੇਸਿਸ ਉਸੇ ਤਰ੍ਹਾਂ ਲਗਾਤਾਰ ਵਿਨੀਪੈਗ ਦੇ ਵਿੱਚ ਵੱਧ ਰਹੇ ਨੇ। ਸੋ ਅਗਲਾ ਕੀ ਹੋ ਸਕਦਾ ਸਟੈਪ?
ਦੇਖੋ ਇਸ ਵੇਲੇ 621 ਕੇਸ ਤਾਂ ਵਿਨੀਪੈਗ ਦੇ ਵਿੱਚ ਆਪਣਾ ਮੈਨੀਟੋਬਾ ਦੇ ਵਿੱਚ 621 ਕੇਸ ਹੋ ਚੁੱਕੇ ਆ, ਅਤੇ ਥਰਸਡੇ ਦੀ ਗੱਲ ਕਰੀਏ ਵੀਰਵਾਰ 36 ਕੇਸ ਨਵੇਂ ਆ ਗਏ ਸੀ, ਹੈ ਨਾ। 20 ਮੌਤਾਂ ਹੋ ਚੁੱਕੀਆਂ ਹੁਣ ਤੱਕ। ਹਸਪਤਾਲ ਦੇ ਵਿੱਚ 15 ਨੇ, ICU ਦੇ ਵਿੱਚ 7 ਨੇ, ਅਤੇ ਪੋਜ਼ੀਟਿਵਿਟੀ ਰੇਟ ਹੈ ਜਿਹੜਾ 5 ਡੇ ਪੋਜ਼ੀਟਿਵਿਟੀ ਰੇਟ ਆਪਾਂ ਕਹਿੰਦੇ ਹੁੰਦੇ ਉਹ 2.1% ਹੈ। ਦਿਨੋਂ ਦਿਨ ਕਹਾਣੀ ਵਿਗੜ ਰਹੀ ਹੈ, ਪਰ ਮੈਨੂੰ ਇਹ ਲੱਗਦਾ ਵੀ ਜਿਵੇਂ ਪ੍ਰੇਰੀ ਮਾਊਂਟੇਨ ਦੇ ਵਿੱਚ ਜਦੋਂ ਉਹਨਾਂ ਨੇ ਔਰੇਂਜ ਜ਼ੋਨ ਕਰਤਾ ਸੀਗਾ ਤਾਂ ਉਦੋਂ ਬਾਅਦ ਪ੍ਰੇਰੀ ਮਾਊਂਟੇਨ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕੰਟਰੋਲ ਹੋ ਗਿਆ ਸੀਗਾ। ਹੁਣ ਕੇਸਿਸ ਬਹੁਤ ਘੱਟ ਆ ਰਹੇ ਆ, ਪਰ ਸ਼ਹਿਰ ਦਾ ਅਤੇ ਪ੍ਰੇਰੀ ਮਾਊਂਟੇਨ ਦਾ ਇੰਨਾ ਜ਼ਰੂਰ ਫਰਕ ਹੈ ਕਿ ਉੱਥੇ ਕੁਛ ਕਲਸਟਰ ਸੀਗੇ, ਪਤਾ ਸੀ ਫਲਾਨੀ ਕਮਿਊਨਿਟੀ ਦੇ ਵਿੱਚ ਮਤਲਬ ਆਹ 10 ਪਰਿਵਾਰ ਇਕੱਠੇ ਨੇ, ਉਹਨਾਂ ਦਾ ਇੱਕੋ ਜਗ੍ਹਾ 'ਤੇ ਹੈਗਾ, ਪਰ ਇੱਥੋਂ ਵਾਲੇ ਜਿਹੜੇ ਕੇਸ ਆ ਉਹ ਸਕੈਟਰਡ ਹੈ। ਸੋ ਇੱਥੋਂ ਵਾਲਾ ਜਿਹੜਾ ਰਿਸਕ ਹੈ ਪ੍ਰੇਰੀ ਮਾਊਂਟੇਨ ਨਾਲੋਂ ਇੱਥੇ ਕੰਟਰੋਲ ਕਰਨਾ ਔਖਾ ਹੋਊਗਾ। ਉਹਦੇ ਵਿੱਚ ਸਾਡਾ ਸਾਰਿਆਂ ਦਾ, ਸਾਰੇ ਮੈਨੀਟੋਬਨਸ ਦਾ ਸਾਥ ਦੇਣਾ ਬਣਦਾ। ਕਿਤੇ ਵੀ ਆਪਾਂ ਅਣਗਹਿਲੀ ਨਾ ਕਰੀਏ, ਜਿੰਨੀ ਅਣਗਹਿਲੀ ਕਰਾਂਗੇ ਉਨੇ ਕੇਸਿਸ ਵਧਣਗੇ ਅਤੇ ਉਨਾ ਹੀ ਆਪਾਂ ਲੋਕਡਾਊਨ ਦੇ ਵੱਲ ਹੋਰ ਨੇੜੇ ਹੋ ਜਾਵਾਂਗੇ। ਸੋ 4 ਵੀਕਸ ਦਾ ਇਨਕੂਬੇਸ਼ਨ ਪੀਰੀਅਡ ਹੁੰਦਾ ਹੈ ਕੋਵਿਡ-19 ਦਾ, ਤਾਂ ਉਹਨਾਂ ਨੇ ਹੁਣ ਜਿਹੜਾ ਔਰੇਂਜ ਜ਼ੋਨ ਆਏ 4 ਹਫ਼ਤੇ ਇਸ 17 ਜਿਹੜੇ ਏਰੀਆਜ਼ ਲਾਇਆ ਗਿਆ ਇੱਥੇ ਰਹੂਗਾ। ਸੋ ਬਰਾੜ ਸਾਹਿਬ, ਸਕੂਲ ਵੀ ਖੁੱਲ੍ਹੇ ਨੇ, ਸਕੂਲਾਂ ਦੀ ਕੋਈ ਅਪਡੇਟ ਆਈ, ਕੋਈ ਖਤਰੇ ਦੀ ਘੰਟੀ ਹੋਈ ਸਕੂਲਾਂ ਵਾਸਤੇ? ਦੇਖੋ ਬੜੇ ਸਕੂਲਾਂ ਦੇ ਵਿੱਚ ਕੇਸਿਸ ਆ ਗਏ ਨੇ, ਹੈ ਨਾ, ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਪਰ ਬੱਚਿਆਂ ਨੂੰ ਹੁਣ ਅਸੀਂ ਜਿੰਨਾ ਕੁ ਕੰਟਰੋਲ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ। ਘਰਾਂ ਦੇ ਵਿੱਚ ਤੁਹਾਡੇ ਆਵਾਜਾਈ, ਘਰਾਂ ਦੇ ਵਿੱਚ ਤੁਹਾਡੇ ਕੋਈ ਫੈਮਿਲੀ ਫਰੈਂਡ ਆਉਂਦੇ ਆ, ਬੱਚੇ ਕਿੰਨਾ ਕੁ ਹੱਥ ਕਿੰਨਾ ਕੁ ਧੋਂਦੇ ਆ, ਕਿਉਂਕਿ ਪਹਿਲਾਂ ਵਾਲੀਆਂ ਗੱਲਾਂ ਜਿਹੜੀਆਂ ਆਪਾਂ ਸ਼ੁਰੂ ਕੀਤੀਆਂ ਸੀ, ਵਾਸ਼ ਯੂਰ ਹੈਂਡਸ। ਮੈਨੂੰ ਯਾਦ ਆ ਮੈਂ ਆਪਣੇ ਬੇਟੇ ਦੀ ਜੈ ਸਿੰਘ ਬਰਾੜ ਦੀ ਗੱਲ ਕੀਤੀ ਸੀ, ਉਹ ਕਹਿੰਦਾ ਪਾਪਾ ਤੁਸੀਂ ਰੇਡੀਓ 'ਤੇ ਜਾ ਕੇ ਜ਼ਰੂਰ ਕਹੋ ਕਿ ਵਾਸ਼ ਯੂਰ ਹੈਂਡਸ ਫॉर 20 ਸੈਕਿੰਡਸ, ਹੈਪੀ ਬਰਥਡੇ ਤੁਸੀਂ 2 ਵਾਰੀ ਕਹਿਣਾ, ਹੈ ਨਾ। ਇਹਦਾ ਮਤਲਬ ਅਜੇ ਬੱਚੇ ਉਹ ਭੁੱਲੇ ਨਹੀਂਗੇ। ਸਾਨੂੰ ਬੱਚਿਆਂ ਨੂੰ, ਆਪਣੇ ਸਾਥੀਆਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਦੋਸਤਾਂ ਨੂੰ ਇਹ ਰਿਮਾਈਂਡ ਕਰਵਾਉਣਾ ਚਾਹੀਦਾ ਕਿ ਹੱਥ ਧੋਣ ਵਾਲਾ ਕੰਮ ਪੁਰਾਣਾ ਨਹੀਂ ਹੋਇਆ, ਉਹ ਅੱਜ ਵੀ ਉਵੇਂ ਵੈਲਿਡ ਹੈ ਜਿਵੇਂ ਪਹਿਲਾਂ ਵੈਲਿਡ ਸੀਗਾ, ਉਹ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ। ਅਤੇ ਦੂਸਰੀ ਗੱਲ, ਜਿਵੇਂ ਕੱਲ੍ਹ ਇੱਕ ਨਵੀਂ ਐਪ ਆ ਗਈ ਹੈ, ਉਹਦੇ ਕਈ ਲੋਕ ਸਕੈਪਟੀਕਲ ਨੇ ਵੀ ਜੇ ਮੈਂ ਉਹ ਐਪ ਡਾਊਨਲੋਡ ਕਰ ਲਈ, ਮੈਂ ਪੋਜ਼ੀਟਿਵ ਹੋ ਗਿਆ ਤਾਂ ਮੇਰਾ ਡੇਟਾ ਤਾਂ ਨਹੀਂ ਕਿਸੇ ਕੋਲ ਚਲਾ ਜਾਊਗਾ, ਲੋਕਾਂ ਨੂੰ ਪਤਾ ਤਾਂ ਨਹੀਂ ਲੱਗ ਜਾਊਗਾ। ਸੋ ਉਹ ਐਪ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ, ਬੜੀ ਸਿਕਿਉਰ ਐਪ ਹੈ ਜਿੰਨਾ ਕਿ ਦੱਸਿਆ ਮੀਡੀਆ 'ਚ। ਦੀ ਸਰਕਾਰ ਵੱਲੋਂ ਇਹ ਐਪ ਲਾਂਚ ਕੀਤੀ ਗਈ ਹੈ। ਇਸ ਐਪ ਵਿੱਚ ਇਹ ਹੈ ਕਿ ਜਦੋਂ ਤੁਸੀਂ ਕੋਵਿਡ-19 ਟੈਸਟ ਕਰਾਓਗੇ, ਜੇ ਪੋਜ਼ੀਟਿਵ ਆਉਂਦੇ ਤੁਹਾਨੂੰ ਇੱਕ ਕੀ ਮਿਲੇਗੀ, 1 ਟਾਈਮ ਕੀ। ਉਹ 1 ਟਾਈਮ ਕੀ ਤੁਸੀਂ ਆਪਣੇ ਫੋਨ ਦੇ ਵਿੱਚ ਸੇਵ ਕਰ ਦੇਣੀ ਹੈ, ਅਤੇ ਜੇ ਕੋਈ ਇਨਸਾਨ ਹੋਰ ਵੀ ਹੈ ਉਹ ਤੁਹਾਡੇ ਲਾਗੋਂ ਲੰਘਦਾ ਹੈ ਤਾਂ ਉਹਦੇ ਫੋਨ ਦੇ ਵਿੱਚ ਨੋਟੀਫਿਕੇਸ਼ਨ ਆ ਜਾਊਗਾ ਕਿ ਉਹ ਕੰਟੈਕਟ 'ਚ ਆਇਆ ਕਿ ਨਹੀਂ, ਜਾਂ ਕਿੰਨੀ ਕੁ ਦੂਰੀ ਦੇ ਉੱਤੇ ਰਹੇ ਨੇ। ਸੋ ਇਹ ਐਪ ਸਭ ਨੂੰ ਇੰਸਟਾਲ ਕਰਨੀ ਚਾਹੀਦੀ ਹੈ। ਬਰਾੜ ਸਾਹਿਬ, ਇੱਕ ਵਾਰੀ ਵਿਸਤਾਰ ਨਾਲ ਇਸ ਐਪ ਬਾਰੇ ਦੱਸੋ ਕਿ ਕਿਵੇਂ ਐਪ ਦਾ ਨਾਂ ਹੈ ਅਤੇ ਕਿਵੇਂ ਆਪਰੇਟ ਕਰੇ। ਕੋਵਿਡ-19 ਅਲਰਟ ਐਪ ਉਹਨੂੰ ਕਹਿੰਦੇ ਆ ਜੀ। ਤੁਸੀਂ ਨਾ ਸ਼ਾਇਦ ਕੱਲ੍ਹ, ਜੇ ਤੁਸੀਂ ਸਾਰੇ ਸਰੋਤੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਸ਼ਾਇਦ ਤੁਹਾਨੂੰ ਕੱਲ੍ਹ ਇੱਕ ਟੈਕਸਟ ਮੈਸੇਜ ਆਇਆ ਹੋਵੇ, ਕਿਉਂਕਿ ਕੈਨੇਡਾ ਸਰਕਾਰ ਨੇ 204 ਜਿਹੜਾ ਏਰੀਆ ਕੋਡ ਆ ਉਹਨੂੰ ਕੱਲ੍ਹ ਟੈਕਸਟ ਮੈਸੇਜਸ ਭੇਜੇ ਨੇ। ਸੋ ਜੇ ਤੁਹਾਨੂੰ ਟੈਕਸਟ ਮੈਸੇਜ ਆਇਆ ਤਾਂ ਉਹ ਉਸ ਐਪ ਬਾਰੇ ਮੈਸੇਜ ਹੈ, ਕੋਵਿਡ-19 ਅਲਰਟ ਐਪ, ਜਿਹੜੀ ਕਿ ਥਰਸਡੇ ਤੋਂ ਪਹਿਲਾਂ 3 ਮਿਲੀਅਨ ਲੋਕਾਂ ਨੇ ਡਾਊਨਲੋਡ ਕਰ ਲਈ ਸੀ ਕੈਨੇਡਾ ਦੇ ਵਿੱਚ। ਹਾਂਜੀ, ਜਦੋਂ ਸਿਰਫ 4 ਪ੍ਰੋਵਿੰਸਿਸ ਦੇ ਵਿੱਚ ਉਹਨਾਂ ਨੇ ਕੀਤਾ ਸੀ, ਅਜੇ ਅਨਾਊਂਸ ਕੀਤਾ ਸੀ। ਹੁਣ ਕੱਲ੍ਹ ਤੋਂ ਮੈਨੀਟੋਬਾ ਦੇ ਵਿੱਚ ਵੀ ਉਹਨਾਂ ਨੇ ਅਨਾਊਂਸ ਕਰਤਾ, ਅਤੇ ਅਜੇ ਤੱਕ ਸਿਰਫ 504 ਲੋਕਾਂ ਨੇ, 500 ਲੋਕਾਂ ਨੇ ਨੋਟੀਫਾਈ ਕੀਤਾ ਕਿ ਹਾਂ ਮੈਂ ਪੋਜ਼ੀਟਿਵ ਹਾਂ। ਸੋ ਗੱਲ ਇਹ ਵੀ ਜਦੋਂ ਤੁਸੀਂ ਉਹ ਡਾਊਨਲੋਡ ਕਰ ਲਈ ਨਾ, ਉਹਦੇ ਵਿੱਚ ਪਹਿਲੀ ਤਾਂ ਗੱਲ ਇਹ ਵੀ ਤੁਹਾਡਾ ਕੋਈ ਪਰਸਨਲ ਡੇਟਾ ਕਲੈਕਟ ਨਹੀਂ ਕਰਦੇ। ਜਿਹੜਾ ਫੈਡਰਲ ਦਾ ਪ੍ਰਾਈਵੇਸੀ ਕਮਿਸ਼ਨਰ ਹੈ ਉਹ ਵਿੱਚ ਇਨਵੋਲਵਡ ਸੀ ਜਦੋਂ ਡਿਜ਼ਾਈਨ ਕੀਤੀ ਹੈ ਇਹ ਐਪ, ਅਤੇ ਉਹਨੂੰ ਤੁਸੀਂ ਡਾਊਨਲੋਡ ਕਰੋ, ਉਹਦੀਆਂ ਡੀਟੇਲਸ ਪੜ੍ਹੋ। ਉਹਦੇ 'ਚ ਉਹਨਾਂ ਨੇ ਕਲੀਅਰ ਕੱਟ ਲਿਖਿਆ ਹੋਇਆ ਕਿ ਕਿਹੜਾ ਤੁਹਾਡਾ ਡੇਟਾ, ਜਿਹੜਾ ਪ੍ਰਾਈਵੇਟ ਡੇਟਾ ਉਹ ਨਹੀਂ ਯੂਜ਼ ਕੀਤਾ ਜਾਊਗਾ, ਹੈ ਨਾ। ਤਾਂ ਇਟ ਕੈਨ ਹੈਲਪ ਰਿਡਿਊਸ ਦਾ ਸਪਰੈਡ। ਇੱਕ ਬੜਾ ਵਧੀਆ ਟੂਲ ਹੈ ਜੀ, ਸਾਡੇ ਕੋਲ ਆ ਗਿਆ ਤਾਂ ਸਾਨੂੰ ਇਹ ਵਰਤਣਾ ਚਾਹੀਦਾ। ਫੋਨ 'ਤੇ ਮੈਸੇਜ ਆ ਜਾਊਗਾ ਕਿ ਤੁਸੀਂ ਪ੍ਰੋਕਸੀਮਿਟੀ ਵਿੱਚ ਆ ਗਏ ਹੋ ਕਿਸੇ ਕੋਵਿਡ-19 ਪੋਜ਼ੀਟਿਵ ਪੇਸ਼ੈਂਟ ਦੇ ਵਿੱਚ, ਜੇ ਤੁਸੀਂ ਉਹਨਾਂ ਲਾਗੇ ਪਹੁੰਚਦੇ ਹੋ ਕਿਸੇ ਤਰੀਕੇ ਨਾਲ। ਹਾਂ, ਤਾਂ ਤੁਸੀਂ ਸੈਲਫ ਆਈਸੋਲੇਟ ਆਪਣੇ ਨੂੰ ਕਰ ਸਕਦੇ ਹੋ, ਆਪਣੇ ਆਪ ਨੂੰ ਸੈਲਫ ਮੋਨੀਟਰ ਕਰ ਸਕਦੇ ਹੋ, ਅਤੇ ਯੂ ਕੈਨ ਗੈਟ ਟੈਸਟਡ। ਤੁਹਾਨੂੰ ਉਸ ਐਪ ਨੇ ਇਹ ਦੱਸ ਦੇਣਾ ਭਾਈ ਵੀ ਸਾਨੂੰ ਇਉਂ ਲੱਗਦਾ ਡੇਟੇ ਤੋਂ ਵੀ ਤੂੰ ਕਿਸੇ ਪੋਜ਼ੀਟਿਵ ਬੰਦੇ ਦੇ ਨੇੜੇ ਦੀ ਲੰਘਿਆ ਜਾਂ ਕਿਸੇ ਨੂੰ ਮਿਲਿਆ, ਕਿਉਂਕਿ ਉਹ ਸਾਰਾ ਜਿਹੜਾ ਡੇਟਾ ਇੱਕੋ ਜਗ੍ਹਾ 'ਤੇ ਆ ਜਾਣਾ। ਉਹਦੇ 'ਚ ਤੁਹਾਡੀ ਪਰਸਨਲ ਇਨਫੋਰਮੇਸ਼ਨ ਨਹੀਂ ਉਹਨਾਂ ਨੇ ਕੋਈ ਵੀ ਸ਼ੇਅਰ ਕਰਨੀ, ਇੰਨਾ ਹੀ ਦੱਸਣਗੇ ਕਿ ਪੋਸੀਬਲ ਹੈ ਕਿ ਤੁਹਾਡਾ ਕਿਸੇ ਨਾਲ ਕੰਟੈਕਟ ਹੋਇਆ ਹੋਵੇ। ਸੋ ਗੋ ਐਂਡ ਗੈਟ ਟੈਸਟਡ ਈਵਨ ਇਫ ਯੂ ਆਰ ਨਾਟ ਸਿੰਪਟੋਮੈਟਿਕ। ਜੀ ਬਰਾੜ ਸਾਹਿਬ, ਇਹੀ ਸੀ ਗੱਲ ਕੋਵਿਡ-19 ਦੀ। ਕੋਈ ਹੋਰ ਵਿਨੀਪੈਗ ਦੀ ਖਾਸ ਹਲਚਲ ਜੋ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ? ਦੇਖੋ ਜੀ, ਬਿਜਲੀ ਬੋਰਡ ਦੀਆਂ ਗੱਲਾਂ ਆਪਾਂ ਕਿੰਨੇ ਦਿਨਾਂ ਦੇ ਕਰਦੇ ਸੀਗੇ, ਹੈ ਨਾ। ਸਰਕਾਰ ਨੇ ਇੱਕ ਟੈਸ਼ਮਾਉਂਟ ਕੰਪਨੀ ਹੈ, ਟੈਸ਼ਮਾਉਂਟ ਕੰਪਨੀ ਦੇ ਵਿੱਚ ਸਰਕਾਰ ਦਾ ਹਿੱਸਾ ਸੀਗਾ। ਮੈਨੀਟੋਬਾ ਸਰਕਾਰ ਦਾ 40%, ਮੈਨੀਟੋਬਾ ਸਰਕਾਰ ਦਾ ਜਾਣੀ ਕਿ ਮੈਨੀਟੋਬਾ ਹਾਈਡਰੋ ਜਿਹੜੀ ਸਾਡੀ ਕਰਾਊਨ ਕਾਰਪੋਰੇਸ਼ਨ ਹੈ ਉਹਦਾ 40% ਹਿੱਸਾ ਸੀਗਾ 2002 ਤੋਂ ਲੈ ਕੇ।
30% ਹਿੱਸਾ ਸੀਗਾ ਸਟੈਨਟੈਕ ਕੰਪਨੀ ਦਾ, ਐਡਮਿੰਟਨ ਦੀ ਕੰਪਨੀ ਹੈ ਮੇਰਾ ਖਿਆਲ, ਅਤੇ ਇੱਕ ਸਕਾਟਲੈਂਡ ਦੀ ਕੰਪਨੀ ਹੈ ਵੁੱਡ PLC, ਉਹਦਾ ਵੀ 30% ਹਿੱਸਾ ਸੀ। ਹੁਣ ਅਸੀਂ ਕਿੰਨੇ ਦਿਨਾਂ ਦੇ NDP ਵੱਲੋਂ ਇਹ ਬਿਆਨ ਦੇ ਰਹੇ ਸੀ ਕਿ ਸਾਨੂੰ ਇਹ ਸ਼ੱਕ ਹੁੰਦਾ ਹੈ ਕਿ ਜਿਹੜੀ ਇਹ ਸਰਕਾਰ ਹੈ ਮੈਨੀਟੋਬਾ ਹਾਈਡਰੋ ਦੀਆਂ ਸਬਸਿਡਰੀਜ਼, ਉਹਦੀਆਂ ਜਿਹੜੀਆਂ ਸਬ ਕੰਪਨੀਜ਼ ਨੇ, ਉਹਦੇ ਜਿਹੜੇ ਹਿੱਸੇ ਨੇ ਉਹਨਾਂ ਨੂੰ ਭੋਰ ਕੇ ਵੇਚੂਗੀ। ਉਹੀ ਹੋਇਆ, ਉਹਨਾਂ ਨੇ ਟੈਸ਼ਮੌਂਟ ਦਾ ਜਿਹੜਾ ਹਿੱਸਾ ਸੀ 40% ਉਹ ਵੇਚਤਾ। ਖਰੀਦਿਆ ਕਿਹਨੇ? ਸਟੈਨਟੈਕ। ਠੀਕ ਹੈ, ਹੁਣ ਇਹ ਬਲੈਕ ਐਂਡ ਵਾਈਟ 'ਚ ਹੈ, ਇਹ ਬਿਲਕੁਲ ਕਲੀਅਰ ਹੈ ਕਿ ਵੇਚਿਆ ਜਾ ਚੁੱਕਿਆ। ਕੱਲ੍ਹ ਤੱਕ ਤਾਂ ਇਹ ਵੀ ਨਹੀਂ ਸੀ ਪਤਾ, ਅੱਜ ਇਹ ਕਲੀਅਰ ਹੀ ਆ ਗਿਆ। ਕੱਲ੍ਹ ਤੱਕ ਅਸੀਂ ਕਹਿ ਰਹੇ ਸੀ ਸਾਨੂੰ ਲੱਗਦਾ ਵੀ ਸਟੈਨਟੈਕ ਖਰੀਦ ਲੂਗੀ, ਉਹੀ ਗੱਲ ਹੋਈ ਹੈ, ਸਟੈਨਟੈਕ ਨੇ ਖਰੀਦ ਲਿਆ ਜੀ। ਹੁਣ ਅਜੇ ਵੀ PC ਸਰਕਾਰ ਕਹੀ ਜਾ ਰਹੀ ਹੈ ਵੀ ਅਸੀਂ ਮੈਨੀਟੋਬਾ ਹਾਈਡਰੋ ਨੂੰ ਪ੍ਰਾਈਵੇਟ ਨਹੀਂ ਕਰ ਰਹੇ। ਜਿਵੇਂ ਹੁਣ ਐਗ ਰਿਫਾਰਮਸ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਮੰਡੀਆਂ ਨੂੰ ਖ਼ਤਮ ਨਹੀਂ ਕਰ ਰਹੇ। ਹਾਂ, ਅਸੀਂ ਕਦੋਂ ਕਿਹਾ ਮੰਡੀਆਂ ਨੂੰ ਖ਼ਤਮ ਕਰ ਰਹੇ ਹਾਂ? ਅਸੀਂ ਕਦੋਂ ਕਿਹਾ ਕਿ ਅਸੀਂ ਮੈਨੀਟੋਬਾ ਹਾਈਡਰੋ ਵੇਚਣੀ ਹੈ? ਪਰ ਜਿਹੜਾ ਲੱਖਾਂ ਡਾਲਰ ਜਾਂ $1 ਮਿਲੀਅਨ ਉਹਦੇ ਵਿੱਚੋਂ ਤੁਹਾਡਾ ਜਿਹੜੇ ਸਾਡੇ ਲਿਸਨਰ ਹੈ, ਤੁਸੀਂ, ਮੈਂ, ਅਸੀਂ ਸਾਰੇ ਮੈਨੀਟੋਬਾ ਹਾਈਡਰੋ ਦੇ ਮਾਲਕ ਹਾਂ। ਸਾਨੂੰ ਜਿਹੜਾ ਮੰਨ ਲਓ $1 ਮਿਲੀਅਨ ਉਹਦੇ 'ਚੋਂ ਮੁਨਾਫਾ ਆਉਂਦਾ ਸੀ, ਉਹ ਮੁਨਾਫਾ ਹੁਣ ਸਟੈਨਟੈਕ ਨੂੰ ਜਾਊਗਾ ਜਾਂ ਉਹਦੀ ਜਿਹੜੀ ਦੂਜੀ ਸਬਸਿਡਰੀ ਹੈ ਉਹਨੂੰ ਜਾਊਗਾ ਟੈਸ਼ਮੌਂਟ ਦਾ। ਸੋ ਉਹਨਾਂ ਨੇ ਭੋਰ ਕੇ ਇੱਕ ਹਿੱਸਾ ਦੰਦੀ ਵੱਢ ਕੇ ਪਾਸੇ ਵੇਚਤਾ। ਅਤੇ ਸਾਨੂੰ ਇਹ ਡਰ ਹੈ, ਅੱਜ ਵੀ ਡਰ ਹੈ ਕਿ ਮੈਨੀਟੋਬਾ ਹਾਈਡਰੋ ਇੰਟਰਨੈਸ਼ਨਲ ਨੂੰ ਵੀ ਨਾ ਇਸੇ ਤਰ੍ਹਾਂ ਵੇਚਿਆ ਜਾਵੇ, ਮੈਨੀਟੋਬਾ ਹਾਈਡਰੋ ਟੈਲੀਕਾਮ ਨੂੰ ਵੀ ਨਾ ਵੇਚਿਆ ਜਾਵੇ, ਅਤੇ ਅਲਟੀਮੇਟਲੀ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਹੈ ਉਹ ਮਹਿੰਗੇ ਨਾ ਹੋ ਜਾਣ। ਸੋ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ, ਸਾਨੂੰ ਪੜ੍ਹਨ ਦੀ ਲੋੜ ਹੈ, ਨਾ ਮੇਰੇ ਮਗਰ ਲੱਗਣ ਦੀ ਲੋੜ ਹੈ, ਨਾ ਕਿਸੇ ਹੋਰ ਪੋਲੀਟੀਸ਼ੀਅਨ ਦੇ ਮਗਰ ਲੱਗਣ ਦੀ ਲੋੜ ਹੈ। ਆਪਣਾ ਆਪ ਓਪੀਨੀਅਨ ਬਣਾਓ, ਡੇਟਾ ਪੜ੍ਹੋ, ਹਰ ਤਰ੍ਹਾਂ ਦੇ ਅਖਬਾਰ ਪੜ੍ਹੋ ਅਤੇ ਸਮਝੋ ਕਿ ਕੌਣ, ਕਿਹੜੀ ਸਰਕਾਰ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ, ਤੁਹਾਡੇ ਪਰਿਵਾਰਾਂ ਲਈ, ਤੁਹਾਡੇ ਬਜਟ ਲਈ ਕੀ ਕਰ ਰਹੀ ਹੈ, ਅਤੇ ਤੁਹਾਡਾ ਕਿਹੜੀ ਸਰਕਾਰ ਨੂੰ ਸਪੋਰਟ ਕਰਨੀ ਬਣਦੀ ਹੈ, ਕਿਹੜੀ ਫਿਲਾਸਫੀ ਨੂੰ ਸਪੋਰਟ ਕਰਨੀ ਬਣਦੀ ਹੈ, ਅਤੇ ਕਿਹਦੇ ਤੋਂ ਬਚ ਕੇ ਰਹਿਣ ਦੀ ਲੋੜ ਹੈ। ਜੀ ਬਹੁਤ ਹੋ ਗਿਆ ਬਰਾੜ ਸਾਹਿਬ, ਗੱਲਬਾਤ ਆਪਾਂ ਬਹੁਤ ਗੰਭੀਰ ਮੁੱਦਿਆਂ ਦੀ ਕੀਤੀ ਹੈ। ਅੱਜ ਆਉਣ ਵਾਲੇ ਸਮੇਂ ਵਿੱਚ ਹੋਰ ਗੱਲਬਾਤ ਕਰਾਂਗੇ, ਅਤੇ ਕੋਈ ਵੀ ਸਮਾਚਾਰ ਤੁਹਾਡੇ ਨਾਲ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਇੱਕ ਵਾਰੀ ਤੁਸੀਂ ਜ਼ਰੂਰ ਆਪਣਾ ਸ਼ੇਅਰ ਕਰੋ। 204 415 7621 ਜਿਹੜਾ ਮੇਰੇ ਦਫ਼ਤਰ ਦਾ ਨੰਬਰ ਹੈ ਜੀ, ਅਤੇ ਤੁਸੀਂ ਇਹਦੇ 'ਤੇ ਕਦੇ ਵੀ ਗੱਲ ਕਰ ਸਕਦੇ ਹੋ। ਪਿਛਲੇ ਦਿਨਾਂ ਦੇ ਵਿੱਚ ਨਾ ਕੁਛ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਗੱਲਾਂ ਬਾਤਾਂ ਹੋਈਆਂ ਜਿਹੜੇ ਕਿ ਗੱਲ ਕਰਦੇ ਹੈਲਥ ਕੇਅਰ ਦੀ, ਅਤੇ ਮੇਰੇ ਕੋਲ ਇਸ ਵੇਲੇ ਡੇਟਾ ਨਹੀਂ, ਪਰ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਸੁਣ ਰਹੇ ਨੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਤੁਸੀਂ ਆਪਣੇ ਮੁੱਦਿਆਂ ਲਈ ਤੁਸੀਂ ਮੇਰੇ ਕੋਲ ਆ ਸਕਦੇ ਹੋ। ਤੁਸੀਂ ਮੈਨੂੰ ਇਹ ਦੱਸ ਸਕਦੇ ਹੋ, ਰਿਸਰਚ ਕਰ ਸਕਦੇ ਹੋ, ਵੀ ਕੈਨ ਵਰਕ ਆਊਟ ਟੂਗੈਦਰ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਕਿੰਨੇ $1 ਮਿਲੀਅਨ ਰੈਵਨਿਊ ਸਾਡੀ ਸਟੇਟ ਨੂੰ, ਸਾਡੀ ਪ੍ਰੋਵਿੰਸ ਨੂੰ ਜਾਂ ਕੈਨੇਡਾ ਨੂੰ ਲੈ ਕੇ ਆਉਂਦੇ ਆ। ਤਾਂ ਉਹਨਾਂ ਨੂੰ ਜਿਹੜੀ ਹੈ ਸਰਕਾਰਾਂ ਨੇ ਉਹ ਇਨ ਰਿਟਰਨ, ਜਿਵੇਂ ਮੰਨ ਲਓ ਫ੍ਰੀ ਹੈਲਥ ਕੇਅਰ ਪਹਿਲਾਂ ਹੁੰਦਾ ਸੀ, ਬਾਅਦ 'ਚੋਂ ਕੱਟਿਆ ਗਿਆ, ਕਿੰਨਾ ਕੁ ਮਹਿੰਗਾ ਪੈਂਦਾ ਹੈ, ਕੀ ਉਹ ਤੁਹਾਡਾ ਹੱਕ ਬਣਦਾ ਹੈ, ਦੇਣਾ ਬਣਦਾ ਹੈ, ਤਾਂ ਉਹਦੇ 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇਹ ਇੱਕ ਮੁੱਦਾ ਹੈ। ਇਸ ਤਰ੍ਹਾਂ ਦੇ ਰਲਵੇਂ ਮਿਲਵੇਂ ਜਿੰਨੇ ਵੀ ਮੁੱਦੇ ਹੋਣਗੇ, ਪਲੀਜ਼ ਕਾਲ ਮੀ 2044157621 ਦਿਲਜੀਤ ਬਰਾੜ MLA ਫॉर ਬਰੋਜ਼, so that we can be in touch and talk about these issues। ਜਾਂਦੀਆਂ ਦੇ ਗੱਲ ਦਿਮਾਗ ਮੇਰੇ 'ਚ ਵੀ ਆ ਗਈ ਕਿ ਬਹੁਤ ਸਾਰੇ ਸਵਾਲ ਇਹ ਪੁੱਛਦੇ ਨੇ ਲੋਕ ਕਿ ਜੇ ਮੰਨ ਲਓ ਉਹ ਵਿਜ਼ਿਟਰ ਵੀਜ਼ੇ ਦੇ ਨੇ ਜਾਂ ਉਹ ਕਿਸੇ ਹੋਰ ਪਰਮਿਟ ਦੇ ਨੇ ਜਿੱਥੇ ਮੈਨੀਟੋਬਾ ਦੀ ਜਿਹੜੀ ਹੈਲਥ ਸਿਸਟਮ ਆ ਉਹਦੇ ਵਿੱਚ ਉਹ ਰਜਿਸਟਰਡ ਨਹੀਂ ਹੈ ਜਾਂ ਉਹ ਸਪੋਰਟ ਨਹੀਂ ਕਰਦੀ, ਅਤੇ ਜੇ ਉਹਨਾਂ ਨੂੰ COVID-19 ਹੋ ਜਾਂਦਾ ਹੈ ਅਤੇ ਉਹ ਕੀ ਕਵਰਡ ਨੇ? ਸੋ ਉਹਦਾ ਦਾ ਜਿਹੜਾ ਜਵਾਬ ਹੈ ਉਹ ਇਹ ਹੈ ਕਿ ਕੱਲ੍ਹ ਮੇਰੇ ਖਿਆਲ ਬ੍ਰੈਂਟ ਰੂਸਨ ਨੇ ਵੀ ਇਹ ਟਵੀਟ ਕੀਤਾ ਹੈ ਕਿ ਤੁਸੀਂ ਕਵਰਡ ਹੋ, ਤੁਸੀਂ ਚਾਹੇ ਵਿਜ਼ਿਟਰ ਵੀਜ਼ੇ 'ਤੇ ਆਏ ਹੋ, ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ, ਚਾਹੇ ਤੁਸੀਂ ਸਟੱਡੀ ਪਰਮਿਟ 'ਤੇ ਹੋ। COVID-19 ਦੀ ਟੈਸਟਿੰਗ ਤੁਹਾਡੇ ਲਈ ਫ੍ਰੀ ਹੈ, ਟਰੀਟਮੈਂਟ ਫ੍ਰੀ ਹੈ, ਅਤੇ ਉਹਦਾ ਜਿਹੜਾ ਇਲਾਜ ਹੈ ਉਹ ਬਿਲਕੁਲ ਫ੍ਰੀ ਹੈ ਜੀ। ਸੋ ਇਹ ਗੱਲਬਾਤ ਮਤਲਬ ਇੱਕ ਇਸ਼ੂ ਸੀਗਾ ਕਿ ਕਾਫੀ ਲੋਕ ਪੁੱਛ ਰਹੇ ਸੀਗੇ ਕਿ ਜੇ ਮੰਨ ਲਓ ਮੈਂ ਵਿਜ਼ਿਟਰ ਵੀਜ਼ੇ 'ਤੇ ਹਾਂ ਅਤੇ ਮੈਨੂੰ ਕੋਵਿਡ ਹੋ ਗਿਆ ਅਤੇ ਮੇਰਾ ਖਰਚਾ ਕੌਣ ਕਰੂਗਾ? ਸੋ ਸਰਕਾਰ ਇਹ ਕਵਰ ਕਰ ਰਹੀ ਹੈ ਜੀ। ਸੋ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਿੰਪਟਮਸ ਆ ਰਹੇ ਆ, ਝਿਜਕਣ ਦੀ ਲੋੜ ਨਹੀਂ, ਤੁਹਾਡਾ ਕੋਈ ਪੈਸਾ ਨਹੀਂ ਲੱਗੂਗਾ, ਤੁਸੀਂ ਟੈਸਟ ਕਰਵਾ ਸਕਦੇ ਹੋ। ਦੇ ਵੋਂਟ ਆਸਕ ਯੂ ਫॉर ਐਨੀ ਡਾਲਰਸ ਔਰ ਐਨੀ ਹੈਲਥ ਕਾਰਡ। ਤੁਸੀਂ ਜਾਓ, ਟੈਸਟ ਕਰਾਓ, ਬਚਾਅ 'ਚ ਹੀ ਬਚਾਅ ਆ। ਤੁਸੀਂ ਆਪਣਾ ਬਚਾਅ ਕਰੋਗੇ ਅਤੇ ਬਾਕੀਆਂ ਦਾ ਬਚਾਅ ਵੀ ਨਾਲ ਹੋਊਗਾ ਜੀ। ਜਾਣ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਅਗਲੇ ਹਫ਼ਤੇ 7 ਅਕਤੂਬਰ ਤੋਂ ਅਸੀਂ
ਲੈਜਿਸਲੇਚਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵਾਪਸ ਜਾ ਰਹੇ ਹਾਂ। ਅਤੇ ਕੱਲ੍ਹ ਹੀ ਸਰਕਾਰ ਨੇ ਕਿਹਾ ਕਿ ਨਵੀਂ ਥਰੋਨ ਸਪੀਚ ਹੋਊਗੀ। ਥਰੋਨ ਸਪੀਚ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਉਂਦੇ ਸਾਲ 'ਚ ਕੀ ਕਰਨਾ ਉਹ ਸਾਰਾ ਕੁਝ ਦੱਸਣਗੇ। ਅਤੇ ਉੱਥੇ ਫਿਰ ਸਾਡੀਆਂ ਜਿਹੜੀਆਂ ਡਿਬੇਟਸ ਹੈ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਜ਼ਰੂਰ ਦੇਖਿਓ। ਜਿਹੜੇ ਤੁਹਾਡੇ ਮੁੱਦੇ ਨੇ ਉਹ ਸਾਡੇ ਤੱਕ ਪਹੁੰਚਾਇਓ। ਅਸੀਂ ਬੜੇ ਬਿੱਲ ਜਿਹੜੇ ਮਾਰੂ ਬਿੱਲ ਸੀਗੇ ਜਿਹੜਾ ਸਾਨੂੰ ਐਂ ਲੱਗਦਾ ਸੀ ਕਿ ਸਾਡੇ ਮੈਨੀਟੋਬਨਸ ਦੇ ਅਗੇਂਸਟ ਨੇ ਉਹਨਾਂ ਨਾਲ ਅਸੀਂ ਫਾਈਟ ਕਰ ਸਕੇ ਹਾਂ, ਬੜੇ ਬਿੱਲਾਂ ਨੂੰ ਅਸੀਂ ਰੋਕ ਸਕੇ ਹਾਂ। ਅਤੇ ਗਾਂ ਤੋਂ ਵੀ ਅਸੀਂ ਮੈਨੀਟੋਬਨਸ ਦੇ ਲਈ ਵੀ ਵੁੱਡ ਸਟੈਂਡ ਸਟਰੋਂਗ ਐਂਡ ਵੀ ਵੁੱਡ ਸਟੈਂਡ ਵਿਦ ਯੂ ਐਂਡ ਵੀ ਵੁੱਡ ਬੀ ਯੂਅਰ ਵੋਇਸ ਇਨ ਮੈਨੀਟੋਬਾ ਲੈਜਿਸਲੇਚਰ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਧੰਨਵਾਦ ਤੁਹਾਡਾ। ਤੁਸੀਂ ਟਾਈਮ ਕੱਢ ਕੇ ਅੱਜ ਫਿਰ ਸਾਡੇ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਆਏ ਹੋ ਅਤੇ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਸੀਂ ਵਾਪਸ ਸਕੂਲ ਚੱਲੇ ਹੋ, ਸੋ ਚੰਗੀ ਤਰ੍ਹਾਂ ਪੜ੍ਹਾਇਓ ਤੇ ਪੜ੍ਹਿਓ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਰੰਗ ਰੋਸ਼ਨੀ ਤੇ ਮੁਹੱਬਤ ਦੇ ਪੈਗਾਮ ਵੰਡਦਾ ਰੇਡੀਓ ਆਵਾਜ਼ 96.9 FM।